ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਰਪ੍ਰੀਤ ਕੌਰ ਅੱਜ ਤੁਹਾਡੇ ਸਾਹਮਣੇ ਇੱਕ ਵਿਸ਼ਾ ਲੈ ਕੇ ਆਈ ਹਾਂ ਤੇ ਮੇਰੇ ਨਾਲ ਹਾਜ਼ਰ ਨੇ ਮਮਤਾ ਜੀ ਵੀ। ਸਤਿ ਸ਼੍ਰੀ ਅਕਾਲ ਮਮਤਾ ਜੀ। ਸਤਿ ਸ਼੍ਰੀ ਅਕਾਲ ਪ੍ਰੀਤ, ਹੋਰ ਕੀ ਹਾਲ ਚਾਲ ਨੇ? ਵਧੀਆ ਮਮਤਾ ਜੀ, ਤੁਸੀਂ ਦੱਸੋ ਤੁਹਾਡੇ ਕੀ ਹਾਲ ਚਾਲ ਨੇ? ਮੇਰੇ ਵੀ ਬਹੁਤ ਵਧੀਆ ਨੇ, ਜ਼ਿੰਦਗੀ ਬਹੁਤ ਵਧੀਆ ਚੱਲਦੀ ਵੀ। ਬਸ ਕਰੋਨਾ ਦੀ ਮਾਰ ਕਰਕੇ ਕਦੀ ਥੋੜੀ ਜਿਹੀ ਕਹਿ ਲਓ ਹਿਲ ਜਾਂਦੀ ਹੈਗੀ ਹੈ ਤੇ ਕਰੋਨਾ ਦੀ ਰਿਸਟ੍ਰਿਕਸ਼ਨਸ ਕਰਕੇ ਕਈ ਵਾਰ ਆਪਾਂ ਲੋਕਾਂ ਨੂੰ ਆਪਣੇ ਜਿਹੜੇ ਦਾਇਰੇ ਹੈਗੇ, ਆਪਣੇ ਸਰਕਲ ਹੈਗੇ ਨੂੰ ਲਿਮਿਟਡ ਕਰਨਾ ਪੈਂਦਾ ਹੈ, ਕਿਉਂਕਿ ਤੁਹਾਨੂੰ ਪਤਾ ਹੈ ਕੁਝ ਪ੍ਰੀਕਾਸ਼ਨਸ ਲੈਣੇ ਬਹੁਤ ਜ਼ਰੂਰੀ ਹੁੰਦੇ ਹੈ ਜੇ ਆਪਾਂ ਆਪਣੇ ਆਪ ਨੂੰ ਸੇਫ ਰੱਖਣਾ ਹੈ। ਜਿੱਦਾਂ ਕਿ ਸਾਡੇ ਵੈਸੇ ਦਰਸ਼ਕਾਂ ਨੂੰ ਪਤਾ ਹੀ ਹੋਊਗਾ ਵੀ ਕਰੋਨਾ ਤੋਂ ਸੇਫ ਰਹਿਣ ਵਾਸਤੇ, ਕਿਉਂਕਿ ਇਸ ਨਾਮੁਰਾਦ ਬਿਮਾਰੀ ਨੂੰ ਚੱਲਦਿਆਂ ਹੋਏ 2 ਸਾਲ ਹੋ ਚੁੱਕੇ ਹੈ ਹਨਾ। 2 ਸਾਲ ਤੋਂ ਉੱਪਰ ਦਾ ਵਕਫਾ ਹੋਣ ਲੱਗਾ, ਸਕੂਲ ਕਾਲਜ ਸਭ ਕੁਝ ਕਿੰਨਾ ਬੰਦ, ਕਿੰਨੀਆਂ ਹਰਾਸਮੈਂਟਸ ਹੋ ਰਹੀਆਂ ਨੇ। ਮਤਲਬ ਪ੍ਰੀਤ ਪਤਾ ਆਪਾਂ ਜਦੋਂ ਸ਼ੁਰੂ ਚ ਬਿਮਾਰੀ ਆਈ ਸੀ ਕਿੰਨਾ ਹਊਆ ਬਣ ਗਈ ਸੀਗੀ ਹਨਾ, ਯਾਦ ਹੀ ਹੋਊਗਾ। ਉਦੋਂ ਆਪਾਂ ਨੂੰ ਐਕਚੁਅਲੀ ਇਸ ਬਿਮਾਰੀ ਦਾ ਨਾ ਮੁੱਢ ਨਹੀਂ ਪਤਾ ਸੀਗਾ ਵੀ ਇਹਦੇ ਕੀ ਰੀਜ਼ਨ ਹੋ ਸਕਦੇ, ਇਹਦੇ ਤੋਂ ਪ੍ਰੀਕਾਸ਼ਨਸ ਕਿੱਦਾਂ ਹੋ ਸਕਦੀਆਂ, ਇਹ ਤੋਂ ਬਚਾਅ ਕਿੱਦਾਂ। ਉਦੋਂ ਤਾਂ ਇਹ ਬੇਸਿਕਲੀ ਆਪਾਂ ਨੂੰ ਇਹ ਤਾਂ ਪਤਾ ਹੈਗਾ ਕਿ ਛੂਆਛਾਤ ਦੀ ਬਿਮਾਰੀ ਹੈ, ਮਤਲਬ ਇਹ ਜਿਹੜੀ ਹੈ ਸਪਰੈਡ ਕਮਿਊਨੀਕੇਬਲ ਡਿਜ਼ੀਜ਼ ਆ ਵੀ ਜਿਹੜੀ ਸਪਰੈਡ ਹੋ ਜਾਂਦੀ ਹੈਗੀ ਹੈ। ਤੇ ਉਦੋਂ ਆਪਾਂ ਪਤਾ ਨਾ ਆਪਣੀ ਜਿੱਦਾਂ ਕਹਿੰਦੇ ਆਮ ਜਨਤਾ ਦਾ ਵੀ ਖੂਨ ਸਫੇਦ ਹੋ ਗਿਆ ਸੀਗਾ ਵੀ ਇੱਕ ਦੂਜੇ ਦੇ ਨੇੜੋਂ ਵੀ ਨਹੀਂ ਲੰਘਣਾ ਹੈਗਾ। ਜਦੋਂ ਕੋਈ ਸਾਡੇ ਨੇੜੋਂ ਲੰਘਦਾ ਖੰਘਦਾ ਸੀਗਾ ਤਾਂ ਅਸੀਂ ਸੋਚਦੇ ਸੀਗੇ ਕਿ ਹਾਏ ਇਸ ਬੰਦੇ ਨੂੰ ਕਿਤੇ ਕਰੋਨਾ ਨਾ ਹੋਵੇ ਹਨਾ। ਤੇ ਮਤਲਬ ਕਿੰਨੀ ਦੇਰ ਤੱਕ ਲੋਕਾਂ ਦੇ ਦਰਵਾਜ਼ੇ ਬੰਦ, ਸੜਕਾਂ ਸੁੰਨਮਸਾਨ, ਔਰ ਇਹਨਾਂ ਚੀਜ਼ਾਂ ਦਾ ਫਾਇਦਾ ਜਿਹੜਾ ਹੈਗਾ ਚੋਰਾਂ ਤੇ ਲੁਟੇਰਿਆਂ ਨੇ ਵੀ ਬਹੁਤ ਚੱਕਿਆ, ਕਿਉਂਕਿ ਹਰ ਜਗ੍ਹਾ ਕਿਉਂਕਿ ਸੁੰਨਮਸਾਨ ਹੁੰਦੀ ਸੀ, ਬਾਜ਼ਾਰ ਨਹੀਂ ਖੁੱਲਦੇ ਸੀ, ਕੁਝ ਨਹੀਂ ਖੁੱਲਦਾ ਸੀਗਾ। ਜਦੋਂ ਮਰਜ਼ੀ ਸੜਕਾਂ ਤੇ ਲੰਘ ਲਓ ਐਨ ਸ਼ਾਂਤੀ ਹੁੰਦੀ ਸੀ, ਕਿਉਂਕਿ ਕਹਿੰਦੇ ਨਾ ਜਦੋਂ ਨੌਲੇਜ ਦਾ ਅਭਾਵ ਹੁੰਦਾ ਹੈਗਾ ਤਾਂ ਉਹ ਨੌਲੇਜ ਦੀ ਸ਼ਾਰਟੇਜ ਕਰਕੇ ਬਹੁਤ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਹਊਆ ਬਣ ਜਾਂਦੀਆਂ। ਪਰ ਜਿੱਦਾਂ ਜਿੱਦਾਂ ਇਸ ਬਿਮਾਰੀ ਤੇ ਸਰਚ ਚੱਲੀ, ਕਾਫੀ ਕੁਛ ਇਹਦੀ ਬਿਮਾਰੀ ਦੇ ਬਾਰੇ ਦੇਖਿਆ ਗਿਆ, ਜਾਣਿਆ ਗਿਆ, ਪਛਾਣਿਆ ਗਿਆ, ਤਾਂ ਆਮ ਜਦੋਂ ਜਨਤਾ 'ਚ ਅਵੇਅਰਨੈਸ ਹੋਈ ਤਾਂ ਫਿਰ ਅਵੇਅਰਨੈਸ ਫੈਲਣ ਕਰਕੇ ਸਾਨੂੰ ਪਤਾ ਚੱਲਿਆ ਕਿ ਇਸ ਬਿਮਾਰੀ ਤੋਂ ਬਚਣ ਵਾਸਤੇ ਮਾਸਕ, ਸੈਨੀਟਾਈਜ਼ਰ, ਡਿਸਟੈਂਸਿਸ, ਸ਼ੇਕ ਹੈਂਡ ਨਹੀਂ ਕਰਨਾ, ਮਤਲਬ ਕਿੰਨਾ ਕੁਝ, ਮਤਲਬ ਕਹਿ ਲਓ ਕਿ ਟੱਚ ਨਹੀਂ ਕਰਨਾ, ਕਿੰਨੇ ਪ੍ਰੀਕਾਸ਼ਨਸ ਨਾਲ ਆਪਾਂ ਇਸ ਬਿਮਾਰੀ ਤੋਂ ਜਿਹੜਾ ਹੈਗਾ ਮਤਲਬ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਫਿਰ ਇੰਜੈਕਸ਼ਨਸ ਵੀ ਆ ਗਏ, ਔਰ ਇੰਜੈਕਸ਼ਨ ਕਿੰਨਾ ਮਤਲਬ ਕਹਿ ਲਓ ਕਿ ਹਰ ਮਤਲਬ ਕਾਫੀ ਮੈਕਸਿਮਮ ਲੋਕਾਂ ਨੇ ਜਿਹੜਾ ਹੈਗਾ ਵਰਲਡ ਵਾਈਡ ਇੰਜੈਕਸ਼ਨ ਕਵਰ ਹੋ ਚੁੱਕੇ ਆ। ਔਰ ਹੁਣ ਤਾਂ ਮਤਲਬ ਕਹਿ ਲਓ ਵੀ ਕਰੋਨਾ ਦਾ ਨਵਾਂ ਰੂਪ ਓਮਿਕਰੋਨ ਵੀ ਆ ਚੁੱਕਾ ਹੈਗਾ। ਉਸ ਨਵੇਂ ਰੂਪ ਤੋਂ ਵੀ ਬਚਾਅ ਵਾਸਤੇ ਜਿਹੜਾ ਹੈਗਾ ਕਈ ਦੇਸ਼ਾਂ ਦੀਆਂ ਸਰਕਾਰਾਂ ਨੇ 3rd ਬੂਸਟਰ ਡੋਜ਼ ਵੀ ਜਿਹੜੀ ਹੈਗੀ ਹੈ ਉਹ ਤੁਹਾਨੂੰ ਪਤਾ ਹੈ ਵੀ ਸ਼ੁਰੂ ਕਰ ਦਿੱਤੀ ਹੈਗੀ। ਹੁਣ ਲੈਟਸ ਸੀ ਆਪਣੇ ਇੱਧਰ ਵੀ ਕਦੋਂ, ਪੰਜਾਬ ਵਿੱਚ ਹੀ ਆਪਣੇ ਇੰਡੀਆ ਵਿੱਚ ਇਸ ਬੂਸਟਰ ਦਾ ਕਦੋਂ ਆਗਾਜ਼ ਹੁੰਦਾ ਹੈਗਾ। ਫਿਲਹਾਲ ਤਾਂ ਹੱਲੇ ਵੀ ਇਹੀ ਹੈ ਕਿ ਮਤਲਬ ਇਸ ਓਮਿਕਰੋਨ ਦੇ ਖਤਰੇ ਕਰਕੇ ਫਿਰ ਤੋਂ ਸਕੂਲ ਕਾਲਜ ਵਰਲਡ ਵਾਈਡ ਹਰ ਜਗ੍ਹਾ ਜਿਹੜਾ ਹੈਗਾ ਸਭ ਕੁਝ ਬੰਦ ਹੋਣ ਦੇ ਕਗਾਰ ਤੇ ਆ ਰਿਹਾ। ਫਲਾਈਟਾਂ ਬੰਦ ਹੋ ਗਈਆਂ, ਬੱਚਿਆਂ ਵਿੱਚ ਕਿਉਂਕਿ ਇਹ ਮਹਾਂਮਾਰੀ ਬਹੁਤ ਜ਼ਿਆਦਾ ਸਪਰੈਡ ਹੋਣ ਦੇ ਮਤਲਬ ਚਾਂਸਿਸ ਹੈਗੇ। ਤੇ ਹੁਣ ਅੱਜ ਮੈਂ ਦੇਖ ਰਹੀ ਸੀ, ਅੱਜ UT ਐਡਮਨ ਦੀ ਵੀ ਮੈਂ ਖਬਰ ਦੇਖ ਰਹੀ ਸੀਗੀ ਸਵੇਰੇ ਚੰਡੀਗੜ੍ਹ ਦੀ ਜੀ, ਉਹਦੇ ਵਿੱਚ ਸੀਗਾ ਕਿ ਸਕੂਲਾਂ ਵਿੱਚ ਜਿਹੜੇ ਹੈਗੇ ਨਾ ਪ੍ਰਾਈਵੇਟ ਤੇ ਗਵਰਨਮੈਂਟ ਸਕੂਲ ਵਿੱਚ 3-4 ਸਕੂਲਾਂ ਵਿੱਚ ਓਮਿਕਰੋਨ ਦੇ ਕੇਸਿਸ ਆ ਚੁੱਕੇ ਹੈ। ਤੇ ਅੱਜ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਵੀ ਜਿਹੜਾ ਕਹਿ ਦਿੱਤਾ ਹੈਗਾ ਕਿ ਮਤਲਬ ਤੁਸੀਂ ਸਕੂਲ ਜਿਹੜੇ ਹੈਗੇ ਵੀ ਤੁਹਾਡੇ ਮਿਥਿਸ ਜਿਹੜੀਆਂ ਡੇਟਸ ਹੈਗੀਆਂ 25 ਜਾਂ 27 ਤਰੀਕ ਤੋਂ ਵਿੰਟਰ ਵਕੇਸ਼ਨ ਹੋਣੀਆਂ ਸੀ, ਵੀ ਤੁਸੀਂ ਜਿਹੜਾ ਹੈਗਾ 20 ਤਰੀਕ ਤੋਂ ਵਿੰਟਰ ਵਕੇਸ਼ਨਸ ਕਰ ਸਕਦੇ ਹੋ। ਹਾਲਾਂਕਿ ਜਿਹੜੇ ਪ੍ਰਾਈਵੇਟ ਸਕੂਲ ਹੈਗੇ ਨਾ ਪ੍ਰੀਤ, ਉਹਨਾਂ ਨੇ ਅਪੋਜ਼ ਕੀਤਾ ਹੈ। ਉਹ ਪ੍ਰਾਈਵੇਟ ਸਕੂਲਸ ਕਹਿੰਦੇ ਕਿ ਸਾਡੇ ਐਗਜ਼ਾਮਸ ਚੱਲ ਰਹੇ ਹੈ, ਅਸੀਂ ਹੱਲੇ ਸਕੂਲਾਂ ਨੂੰ ਬੰਦ ਨਹੀਂ ਕਰਦੇ। ਹੁਣ ਲੈਟਸ ਸੀ ਵੀ ਕੀ ਸਰਕਾਰਾਂ ਆਦੇਸ਼ ਦਿੰਦੀਆਂ, ਵੀ ਹੱਲੇ ਤਾਂ ਇੰਸਟਰਕਸ਼ਨਸ ਆਈਆਂ, ਬਾਕੀ ਅੱਗੇ ਆਦੇਸ਼ ਕੀ ਚੱਲਦੇ ਹੈਗੇ। ਬਾਕੀ ਬਾਹਰਲੀ ਕੰਟਰੀ ਵਿੱਚ ਤਾਂ ਕਾਫੀ ਕੁਝ ਬੰਦ ਹੋ ਚੁੱਕਾ। ਹੁਣ ਇੰਡੀਆ ਦੀ ਵੇਟ ਕਰ ਰਹੇ ਕਿ ਇੰਡੀਆ ਵਿੱਚ ਕੀ ਰਿਸਟ੍ਰਿਕਸ਼ਨਸ ਜਿਹੜੀਆਂ ਹੈਗੀਆਂ ਨੇ ਲਾਗੂ ਹੁੰਦੀਆਂ ਨੇ। ਜੀ ਬਿਲਕੁਲ ਮਮਤਾ, ਇਸ ਦੇ ਨਾਲ ਹੀ ਆਪਾਂ ਅੱਜ ਦਾ ਜਿਹੜਾ ਆਪਣਾ ਵਿਸ਼ਾ ਹੈ ਉਹ ਤੇ ਚਰਚਾ ਕਰਦੇ ਹਾਂ। ਸੋ ਅੱਜ ਦੀ ਮੈਂ ਇੱਕ ਗੱਲ ਕਰਨਾ ਚਾਹੂੰਗੀ ਕਿ ਮਮਤਾ ਜਿਹੜੇ ਰਿਸ਼ਤੇ ਨੇ, ਹਾਂਜੀ, ਰਿਸ਼ਤਿਆਂ ਦੇ ਵਿੱਚ ਅੱਗ ਲਾਉਣ ਲਈ ਤੇਲ ਤੋਂ ਜ਼ਿਆਦਾ ਚੁਗਲੀਆਂ ਨੂੰ ਜ਼ਿਆਦਾ ਮਾਇਨੇ ਰੱਖਿਆ ਜਾਂਦਾ ਕਿ ਅੱਜ ਕੱਲ੍ਹ ਲੋਕੀ ਚੁਗਲੀਆਂ ਦੇ ਇੰਨੇ ਜ਼ਿਆਦਾ ਹੋ ਚੁੱਕੇ ਨੇ ਕਿ ਚੁਗਲੀਆਂ ਅੱਜ ਕੱਲ੍ਹ ਡਿਜੀਟਲ ਚੁਗਲੀਆਂ ਬਣ ਚੁੱਕੀਆਂ ਨੇ ਜੀ। ਅਸਲ 'ਚ ਪਤਾ ਕੀ ਹੈ, ਜ਼ਿੰਦਗੀ ਇੰਨੀ ਕੁ ਲੋਕਾਂ ਦੀ ਬਿਜ਼ੀ ਹੋ ਗਈ ਹੈ, ਠੀਕ ਹੈ, ਔਰ ਜਿਹੜਾ ਚੁਗਲੀਆਂ ਹੈਗਾ ਉਹਨਾਂ ਦੀ ਲਾਈਫ ਦਾ ਮੋਸਟ ਇੰਪੋਰਟੈਂਟ ਪਾਰਟ ਹੈ। ਔਰ ਹੁਣ ਉਹ ਚੁਗਲੀਆਂ ਕੀਤੇ ਬਿਨਾਂ ਲੋਕਾਂ ਨੂੰ ਖਾਣਾ ਨਹੀਂ ਹਜਮ ਆਉਂਦਾ ਹੈਗਾ। ਜੇ ਕਿਸੇ ਦੀ ਲੋਕੀ ਬੁਰਾਈ ਨਾ ਕਰ ਲੈਣ, ਮਤਲਬ ਜੇ ਕੋਈ ਇੱਕ ਕਾਮਨ ਇਨਸਾਨ 2 ਇਨਸਾਨਾਂ ਨੂੰ ਜਾਣਦਾ ਹੈਗਾ
ਤਾਂ ਜਿਹੜੇ ਉਹ ਦੋ ਇਨਸਾਨ ਹੁੰਦੇ ਉਹ ਇੱਕ ਦੂਜੇ ਨਾਲ ਜੇ ਉਹਨਾਂ ਨੂੰ ਮਿਲਣ ਦਾ ਸਮਾਂ ਨਹੀਂ ਨਾ ਮਿਲਦਾ, ਤੁਸੀਂ ਜਿੱਦਾਂ ਕਿ ਡਿਜੀਟਲ ਚੁਗਲੀਆਂ, ਬਿਲਕੁਲ, ਤਾਂ ਜਿਹੜੇ ਅੱਜ ਕੱਲ ਸਾਡੇ ਮੋਬਾਈਲ ਫੋਨ ਨੇ ਨਾ, ਇਹ ਸਾਡੇ ਇਹ WhatsApp ਨੇ, ਸਾਡੇ ਫੇਸਬੁੱਕ ਤੇ ਮੈਸੇਂਜਰਸ ਨੇ, ਮਤਲਬ ਬਿਲਕੁਲ ਕਿੰਨੀਆਂ ਮਤਲਬ ਇਹ ਸੋਸ਼ਲ ਐਪਸ ਨੇ, ਇੰਸਟਾ ਹੋ ਗਿਆ, ਟੈਲੀਗ੍ਰਾਮ ਹੋ ਗਿਆ, ਕਿੰਨਾ ਕੁਝ ਹੋ ਗਿਆ। ਮਤਲਬ ਲੋਕੀ ਚੈਟਾਂ ਦੇ ਰਾਹੀਂ ਵੀ ਜਿਹੜਾ ਹੈਗਾ ਵੀ ਇਹਨਾਂ ਲੋਕ ਜਿਹੜੀ ਆਮ ਇੱਕ ਕਾਮਨ ਮੈਨ ਹੁੰਦਾ ਹੈ, ਉਹਦੀ ਦੋ ਜਣੇ ਮਿਲ ਕੇ ਇੰਨੀਆਂ ਚੁਗਲੀਆਂ ਕਰਦੇ, ਔਰ ਉਹ ਚੁਗਲੀਆਂ ਕਰਨ ਚ ਉਹਨਾਂ ਨੂੰ ਇੰਨਾ ਮਜ਼ਾ ਆਉਂਦਾ, ਪਤਾ ਨਹੀਂ ਉਹਨਾਂ ਨੂੰ ਕਿਹੜੀ ਜਿੱਤ ਹਾਸਲ ਹੋ ਜਾਂਦੀ ਹੈ ਕਿ ਹਾਂ ਵੀ ਅਸੀਂ ਇੱਕ ਇਨਸਾਨ ਜਿਹੜਾ ਹੈਗਾ ਦੂਜੇ ਇਨਸਾਨ ਦੀ ਚੁਗਲੀ ਕਰ ਰਿਹਾ, ਵੀ ਸ਼ਾਇਦ ਉਹਨਾਂ ਨੇ ਉਸ ਕਾਮਨ ਇਨਸਾਨ ਨੂੰ ਚੁਗਲੀ ਕਰਕੇ ਹਰਾ ਦਿੱਤਾ। ਪਰ ਉਹ ਕਹਿੰਦੇ ਨਾ ਚੁਗਲੀਆਂ ਕਰਕੇ ਜਿਹੜੇ ਹੈਗੇ ਉਹ ਪਾਪ ਧੁਲਦੇ ਹੈਗੇ ਆ। ਆਪਣੇ ਆਪਾਂ ਵੱਡਿਆਂ ਤੋਂ ਸੁਣਦੇ ਹੀ ਹੁੰਦੇ ਆ ਵੀ ਕਿਸੇ ਦੀ ਚੁਗਲੀ ਨਿੰਦਿਆ ਨਹੀਂ ਕਰਨੀ ਚਾਹੀਦੀ, ਕਿਉਂਕਿ ਚੁਗਲੀਆਂ ਕਰਨ ਨਾਲ ਪਾਪ ਧੁਲਦੇ। ਔਰ ਤੁਸੀਂ ਦੋ ਜਾਣੇ ਜਿਹੜੇ ਰਲ ਕੇ ਕਿਸੇ ਤੀਜੇ ਦੀ ਚੁਗਲੀ ਕਰ ਰਹੇ ਹੋ, ਉਹ ਤੀਜੇ ਨੂੰ ਤਾਂ ਕਈ ਵਾਰ ਪਤਾ ਵੀ ਨਹੀਂ ਹੁੰਦਾ, ਜਾਂ ਤਾਂ ਤੁਸੀਂ ਚੁਗਲੀ ਕਰਨੀ ਉਹਦੇ ਮੂੰਹ ਤੇ ਕਰੋ ਵੀ ਤੁਸੀਂ ਜੇ ਚੁਗਲੀ ਕਰ ਰਹੇ ਹੋ ਤਾਂ ਐਟਲੀਸਟ ਉਹ ਤੀਜੇ ਬੰਦੇ ਨੂੰ ਵੀ ਪਤਾ ਹੋਵੇ ਵੀ ਉਹਦੇ ਬਾਰੇ ਕੀ ਚੱਲ ਰਿਹਾ, ਉਹ ਐਟਲੀਸਟ ਆਪਣੀ ਚੁਗਲੀ ਨੂੰ ਅਪੋਜ਼ ਤਾਂ ਕਰ ਸਕੇ ਨਾ। ਜਾਂ ਤਾਂ ਗੱਲ ਕਰੋ, ਖੁੱਲ ਕੇ ਕਰੋ, ਪਿੱਠ ਪਿੱਛੇ ਕਰਨ ਦਾ ਨਜ਼ਾਰਾ ਉਹ ਤੁਹਾਨੂੰ ਹੀ ਆ ਗਿਆ। ਤੁਸੀਂ ਤਾਂ ਮਤਲਬ ਕਹਿ ਲਓ ਵੀ ਤੀਜੇ ਬੰਦੇ ਦੀ ਰਿਐਕਸ਼ਨ ਦੇਖਣ ਤੋਂ ਜਿਹੜੇ ਹੈਗੇ ਬੇਮੁਖ ਹੋ ਗਏ, ਹਨਾ ਜੀ। ਬਿਲਕੁਲ ਮਮਤਾ, ਇੱਕ ਗੱਲ ਹੋਰ ਹੈ, ਅੱਜ ਕੱਲ੍ਹ ਲੋਕੀ ਦੁਆ ਦੇ ਵਿੱਚ ਕਿਸੇ ਦਾ ਨਾਮ ਘੱਟ ਲੈਂਦੇ ਨੇ, ਕਿਸੇ ਲਈ ਦੁਆ ਘੱਟ ਕਰਦੇ ਨੇ, ਲੇਕਿਨ ਚੁਗਲੀ ਦੇ ਵਿੱਚ ਹਰ ਵਕਤ ਨਾਮ ਲੈਣਾ ਉਹਨਾਂ ਦਾ ਜ਼ਰੂਰੀ ਹੋ ਚੁੱਕਿਆ ਹੈ। ਚੱਲ ਇਹ ਵੀ ਪ੍ਰੀਤ ਜਿਹੜੀ ਚੁਗਲੀ ਚ ਉਹ ਨਾਮ ਲੈਂਦੇ ਹੈਗੇ ਨਾ, ਉਹ ਇੱਕ ਤਰ੍ਹਾਂ ਨਾਲ ਦੁਆ ਹੀ ਹੋ ਗਈ, ਕਿਉਂਕਿ ਮੈਂ ਹੁਣੇ ਜਿੱਦਾਂ ਕਹਿ ਕੇ ਹਟੀ ਆਂ ਵੀ ਪਾਪ ਧੁਲੰਦੇ ਹੈਗੇ ਆ। ਤਾਂ ਜਦੋਂ ਕੋਈ ਇਨਸਾਨ ਕਿਸੇ ਦੀ ਬਾਰ-ਬਾਰ ਕਹਿ ਲਓ ਬੁਰਾਈ ਕਰੀ ਜਾਂਦਾ ਹੈ, ਉਹ ਬੁਰਾਈ ਦੇ ਰੂਪ ਵਿੱਚ ਉਹਦੇ ਜਿਹੜੇ ਹੈਗੇ ਕਸ਼ਟ ਹਰੀ ਜਾਂਦਾ ਹੈ, ਕਿਉਂਕਿ ਰੱਬ ਦੇ ਸਾਹਮਣੇ ਜਾ ਕੇ ਵੀ ਉਹ ਦੂਜੇ ਇਨਸਾਨ ਦੇ ਬਾਰੇ ਕਰੀ ਜਾਂਦਾ, ਉਹਨੇ ਮੇਰੇ ਨਾਲ ਐ ਕੀਤਾ, ਐ ਮਤਲਬ ਕਈ ਇਨਸਾਨ ਨਾ ਰੱਬ ਤੱਕ ਨੂੰ ਨਹੀਂ ਬਖਸ਼ਦੇ ਹੈਗੇ ਚੁਗਲੀਆਂ ਕਰਨ ਤੋਂ। ਜਦ ਕਿ ਮੈਂ ਕਹਿੰਦੀ ਆ ਵੀ ਤੁਸੀਂ ਤੁਹਾਡੀ ਜ਼ਿੰਦਗੀ 'ਚ ਇਹ ਮੌਕਾ ਆਉਂਦਾ ਹੀ ਕਿਉਂ ਵੀ ਤੁਸੀਂ ਕਿਸੇ ਦੀ ਚੁਗਲੀ ਕਰੋ। ਜੇ ਤੁਸੀਂ ਕਿਸੇ ਨਾਲ ਰਲ ਮਿਲ ਕੇ ਰਹੋ, ਤੁਸੀਂ ਜੇ ਕਿਸੇ ਨਾਲ ਜੁੜੇ ਹੋ ਤਾਂ ਉਹਦੇ ਨਾਲ ਜੇ ਤੁਸੀਂ ਤਾਂ ਉਮਰ ਜੁੜਦੇ ਹੋ, ਤਾਂ ਉਹ ਤਾਂ ਉਮਰ ਜੁੜਨ ਦੇ ਬਾਅਦ ਫਿਰ ਉਹ ਚੁਗਲੀਆਂ ਦਾ ਮੌਕਾ ਕਿਉਂ ਆਉਂਦਾ? ਮਤਲਬ ਤੁਸੀਂ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਨੇ ਭਾਵੇਂ ਦੋਨਾਂ ਪਾਰਟਸ ਤੇ ਹੋਵੇ, ਕੁਛ ਜੇ ਗਲਤੀ ਕੀਤੀ ਹੁੰਦੀ ਹੈ, ਠੀਕ ਹੈ, ਜੇ ਆਪਾਂ ਕਹਿੰਦੇ ਜਿੱਦਾਂ ਮੈਂ ਹੁਣੇ ਕਿਹਾ ਵੀ ਦੋ ਬੰਦੇ ਜਿਹੜੇ ਹੈਗੇ ਮਿਲ ਕੇ ਤੀਜੇ ਬੰਦੇ ਦੀ ਚੁਗਲੀ ਕਰਦੇ ਆ, ਪਰ ਉਹ ਦੋ ਬੰਦਿਆਂ ਨੂੰ ਚੁਗਲੀ ਕਰਨ ਦਾ ਮੌਕਾ ਕਿਉਂ ਮਿਲਿਆ? ਮਤਲਬ ਕਿਤੇ ਨਾ ਕਿਤੇ ਕਹਿੰਦੇ ਨਾ ਹਰ ਇਨਸਾਨ ਜਿਹੜਾ ਹੈਗਾ ਉਹ ਕਿਤੇ ਨਾ ਕਿਤੇ ਕਸੂਰਵਾਰ ਹੁੰਦਾ, ਇਕੱਲਾ ਇੱਕ ਇਨਸਾਨ ਜਾਂ ਦੋ ਇਨਸਾਨ ਕਸੂਰਵਾਰ ਨਹੀਂ ਹੁੰਦੇ। ਪ੍ਰੀਤ ਜਿੱਦਾਂ ਐਗਜ਼ਾਮਪਲ ਆਪਾਂ ਕਿਸੇ ਇੱਕ ਕਾਮਨ ਮੈਨ ਦਾ ਐਗਜ਼ਾਮਪਲ ਲੈਂਦੇ ਆ ਵੀ ਇੱਕ ਜਿੱਦਾਂ ਕੋਈ ਜੈਂਟਸ ਜਾਂ ਲੇਡੀਜ਼ ਲਗਾ ਲਓ, ਮਤਲਬ ਆਪਾਂ ਸੋਚਦੇ ਕਿ ਉਹ ਇਨਸਾਨ ਕੋਈ ਇੱਕ ਇਨਸਾਨ XYZ ਜਿਹੜਾ ਹੈਗਾ ਕਿ ਉਹ ਕਿਸੇ ਵੀ ਮਤਲਬ ਜੇ ਉਸ ਇਨਸਾਨ ਦੀ ਜ਼ਿੰਦਗੀ 'ਚ ਕੋਈ ਨਵਾਂ ਇਨਸਾਨ ਆ ਰਿਹਾ, ਉਹ ਜਿਹੜਾ XYZ ਨਾਮ ਦਾ ਇਨਸਾਨ ਹੈ, ਉਹ ਕਿਸੇ ਬੰਦੇ ਨਾਲ 6 ਮਹੀਨੇ ਸਾਲ ਤੋਂ ਵੱਧ ਜ਼ਿੰਦਗੀ ਨਹੀਂ ਕੱਟ ਸਕਦਾ। ਮਤਲਬ ਫਿਰ ਉਸ ਬੰਦੇ 'ਚ ਆਪ 'ਚ ਕਮੀ ਹੈਗੀ ਹੈ ਕਿ ਉਹ ਨਵੇਂ ਬੰਦੇ ਜਿਹੜੇ ਆਉਂਦੇ ਹੈਗੇ ਉਹਨਾਂ 'ਚ ਕਮੀ ਹੈ। ਮਤਲਬ ਇੱਕ ਇਨਸਾਨ ਜ਼ਿੰਦਗੀ ਵਿੱਚ ਬਾਰ-ਬਾਰ ਨਵੇਂ ਬੰਦੇ ਲਿਆ ਰਿਹਾ ਔਰ ਬਾਅਦ 'ਚ ਉਹਨਾਂ 'ਚ ਕਸੂਰ ਕੱਢ ਕੇ ਉਹਨਾਂ ਦੀਆਂ ਚੁਗਲੀਆਂ ਕੀਤੀਆਂ ਜਾ ਰਹੀਆਂ। ਬਿਲਕੁਲ ਜਿਵੇਂ ਕਹਿੰਦੇ ਨੇ ਨਾ ਕਿ ਤਾੜੀ ਇੱਕ ਹੱਥ ਤੋਂ ਨਹੀਂ ਵੱਜਦੀ, ਦੋਨਾਂ ਹੱਥਾਂ ਤੋਂ ਵੱਜਦੀ ਹੈ। ਕਸੂਰਵਾਰ ਉਹ ਬੰਦਾ ਨਹੀਂ ਹੋਊਗਾ ਜਿਹੜਾ ਤੁਹਾਡੀ ਜ਼ਿੰਦਗੀ 'ਚ ਆਇਆ, ਕਸੂਰਵਾਰ ਤੁਸੀਂ ਇੱਕ ਹੋ ਕਿ ਜਿਹਦੀ ਜ਼ਿੰਦਗੀ ਵਿੱਚ ਕੋਈ ਇਨਸਾਨ ਸਟੇਬਲ ਕਿਉਂ ਨਹੀਂ ਰਹਿ ਪਾ ਰਿਹਾ। ਕਿਉਂਕਿ ਜੇ ਅਸੀਂ ਗੱਲ ਕਰਦੇ ਨਾ ਦੋਸਤੀ, ਮਿੱਤਰਤਾ, ਰਿਸ਼ਤੇਦਾਰੀ ਦੀ, ਤਾਂ ਇਹ ਜਿਹੜੇ ਰਿਸ਼ਤੇ ਹੁੰਦੇ ਆ ਨਾ ਇਹ ਸਾਰੀ ਉਮਰ ਦੇ ਹੁੰਦੇ ਆ। ਪਰ ਜੇ ਤੁਹਾਡੇ ਨਾਲ ਇਹ ਰਿਸ਼ਤੇ ਨਹੀਂ ਨਿਭਰੇ ਹੈਗੇ, ਮਤਲਬ ਕਿਤੇ ਨਾ ਕਿਤੇ ਤੁਸੀਂ ਗੁਨਾਹਗਾਰ ਹੋਵੋਗੇ, ਕਿਤੇ ਨਾ ਕਿਤੇ ਤੁਸੀਂ ਕਸੂਰਵਾਰ ਹੋਵੋਗੇ ਨਾ। ਕਿ ਜੇ ਤੁਹਾਡੇ ਕੋਲ ਕੋਈ ਇਨਸਾਨ ਆਉਂਦਾ ਹੈਗਾ 6-8 ਮਹੀਨੇ ਟਿਕ ਕੇ ਫਿਰ ਉਹ ਨਿਕਲ ਜਾਂਦਾ, ਮਤਲਬ ਕਿ ਤੁਹਾਨੂੰ ਓਬਜ਼ਰਵ ਕਰਨ ਵਾਸਤੇ ਕਿਸੇ ਇਨਸਾਨ ਨੂੰ 6 ਮਹੀਨੇ 4 ਮਹੀਨੇ ਦਾ ਵਕਫਾ ਬਹੁਤ ਹੈ। ਔਰ 4-6 ਮਹੀਨੇ ਬਾਅਦ ਤੁਹਾਡੀ ਓਬਜ਼ਰਵੇਸ਼ਨ ਤੁਹਾਨੂੰ ਉਹ ਇਨਸਾਨ ਪਰਖ ਲੈਂਦਾ ਵੀ ਤੁਸੀਂ ਕਿੱਦਾਂ ਦੇ ਹੈਗੇ। ਮਤਲਬ ਕਮੀ ਔਰ ਕਸੂਰਵਾਰ ਮੇਨ ਤੁਸੀਂ ਹੋਏ ਕਿ ਤੁਹਾਡੇ ਕੋਲ ਕੋਈ ਵੀ ਇਨਸਾਨ ਲੰਬੇ ਵਕਫੇ ਵਾਸਤੇ ਕਿਉਂ ਨਹੀਂ ਟਿਕ ਪਾਉਂਦਾ। ਬਿਲਕੁਲ ਸਹੀ ਗੱਲ ਹੈ ਮਮਤਾ, ਕਿਉਂਕਿ ਇਨਸਾਨ ਕਈ ਵਾਰੀ ਕੀ ਕਹਿੰਦਾ ਇੱਕ ਕੋਲ ਜਾ ਕੇ ਕਹੇਗਾ ਉਹਨੇ ਮੈਨੂੰ ਧੋਖਾ ਦਿੱਤਾ, ਉਹਨੇ ਮੈਨੂੰ ਧੋਖਾ ਦਿੱਤਾ, ਪਰ ਉਹ ਆਪਣੇ ਵੱਲ ਨਹੀਂ ਝਾਕ ਰਿਹਾ ਕਿ ਮੈਨੂੰ ਇਹ ਧੋਖਾ ਕਿਉਂ ਮਿਲਿਆ। ਕਿਤੇ ਨਾ ਕਿਤੇ ਉਹਦਾ ਵੀ ਕਸੂਰ ਹੈ। ਉਹੀ ਤੁਸੀਂ ਜਿੱਦਾਂ ਕਹਿ ਰਹੇ ਹੋ ਤਾਲੀ ਇੱਕ ਹੱਥ ਨਾਲ ਨਹੀਂ ਵੱਜਦੀ, ਮਤਲਬ ਕਿਤੇ ਨਾ ਕਿਤੇ ਤੁਸੀਂ ਕੋਈ ਗੁਨਾਹ ਕੀਤਾ ਹੋ ਸਕਦਾ। ਤੁਸੀਂ ਜਿਹੜੇ ਇਨਸਾਨ ਤੁਹਾਨੂੰ ਛੱਡ ਕੇ ਜਾਂਦੇ ਤੁਸੀਂ ਉਹਨਾਂ ਨੂੰ ਮਿਸਯੂਜ਼ ਕਰਦੇ ਹੋਵੋ, ਤੁਸੀਂ ਉਹਨਾਂ ਨੂੰ ਇਸਤੇਮਾਲ ਕਰਦੇ ਹੋਵੋ, ਤੁਸੀਂ ਉਹਨਾਂ ਨੂੰ ਸਿਰਫ ਆਪਣੇ ਸਵਾਰਥ ਵਾਸਤੇ ਆਪਣੇ ਨਾਲ ਰੱਖਿਆ ਹੋਵੇ, ਕਦੀ ਦਿਲੋਂ ਉਹਨਾਂ ਦੇ ਨਾਲ ਜੁੜਨ ਦੀ ਕੋਸ਼ਿਸ਼ ਨਾ ਕੀਤੀ ਹੋਵੇ। ਕਿਉਂਕਿ ਜੇ ਦਿਲੋਂ ਜੁੜਨ ਦੀ ਪ੍ਰੀਤ ਕੋਸ਼ਿਸ਼ ਹੁੰਦੀ ਨਾ, ਦਿਲੋਂ ਜੁੜੇ ਹੋਏ ਇਨਸਾਨ ਕਦੀ ਵੱਖ ਨਹੀਂ ਹੁੰਦੇ ਔਰ ਰਿਸ਼ਤਾ ਕਦੀ ਇੱਕ ਇਨਸਾਨ ਦੇ ਨਿਭਾਉਣ ਦੀ ਨਹੀਂ ਹੁੰਦੀ। ਜੇ ਕੋਈ ਤੁਹਾਨੂੰ ਛੱਡ ਕੇ ਜਾ ਰਿਹਾ ਤੁਸੀਂ ਉਹਨੂੰ ਬਾਰ-ਬਾਰ ਤੁਸੀਂ ਉਹਨੂੰ ਮਨਾਓ, ਪਰ ਇਹ ਨਹੀਂ ਨਾ ਕਿ ਤੁਸੀਂ ਉੱਪਰੋਂ ਤੋਂ ਮਨਾ ਰਹੇ ਹੋ ਔਰ ਅੰਦਰੋਂ ਤੁਸੀਂ ਧੋਖੇ ਦੇ ਰਹੇ ਹੋ, ਅੰਦਰੋਂ ਤੁਸੀਂ ਪਿੱਠ ਪਿੱਛੇ ਵਾਰ ਕਰ ਰਹੇ ਹੋ। ਮਤਲਬ ਤੁਸੀਂ ਜੇ ਕਿਸੇ ਨੂੰ ਮਨਾ ਵੀ ਰਹੇ ਹੋ ਤਾਂ ਸਿਰਫ ਆਪਣੇ ਸਵਾਰਥ
ਕਰਕੇ ਮਨਾ ਰਹੇ ਹੋ। ਇਹੋ ਜਿਹੇ ਮਨਾਏ ਦਾ ਹੀ ਇੰਜ ਦੇ ਰਿਸ਼ਤੇ ਰੱਖਣ ਦਾ ਕੋਈ ਤੁਕ ਨਹੀਂ ਹੈ, ਕੋਈ ਤੁਕ ਨਹੀਂ ਹੈਗਾ। ਬਿਲਕੁਲ ਮਮਤਾ, ਪਰ ਕਹਿੰਦੇ ਨੇ ਨਾ ਜਿਹੜਾ ਚੋਰ ਹੁੰਦਾ ਹੈ ਉਹ ਚੋਰੀ ਕਰਕੇ ਭੱਜ ਜੇ ਤਾਂ ਉਹ ਚੋਰੀ ਕੀਤਾ ਹੋਇਆ ਸਮਾਨ ਵਾਪਸ ਮਿਲ ਜਾਂਦਾ, ਲੇਕਿਨ ਜਿਹੜੀ ਚੁਗਲੀ ਕੀਤੀ ਹੁੰਦੀ ਹੈ ਨਾ, ਉਹ ਜਿਹੜੀ ਚੁਗਲੀ ਕਰਤੀ, ਜੋ ਰਿਸ਼ਤਿਆਂ ਦੇ ਵਿੱਚ ਦਰਾੜ ਆ ਗਈ, ਉਹ ਦੁਬਾਰਾ ਉਹ ਫਿਰ ਉਹ ਚੀਜ਼ ਨਹੀਂ ਬਣਦੀ। ਤੁਸੀਂ ਕਿਹਾ ਚੋਰ ਸਮਾਨ ਲੈ ਕੇ ਭੱਜ ਜਾਵੇ, ਇਹਦੇ ਤੋਂ ਹੀ ਮੈਨੂੰ ਨਾਲ ਗੱਲ ਯਾਦ ਆ ਗਈ, ਚੋਰ ਕੀ ਦਾੜੀ ਮੇਂ ਤਿਨਕਾ। ਮਤਲਬ ਜਿਹੜੇ ਲੋਕੀ ਗਲਤ ਹੁੰਦੇ ਐ ਉਹ ਆਪਣੀਆਂ ਸਭ ਨੂੰ ਸਫਾਈਆਂ ਦਿੰਦੇ ਹੈਗੇ। ਤਾਂ ਤੁਸੀਂ ਜੇ ਸਹੀ ਹੋ, ਤੁਸੀਂ ਜਿਸ ਨਵੇਂ ਬੰਦੇ ਨੂੰ ਜਾਂ ਕਿਸ ਨੂੰ ਤੁਸੀਂ ਆਪਣੀ ਸਫਾਈ ਦੇ ਰਹੇ ਹੋ, ਤੁਹਾਨੂੰ ਸਫਾਈ ਦੇਣ ਦੀ ਲੋੜ ਕਿਉਂ ਹੈਗੀ ਹੈ? ਤੁਸੀਂ ਜੇ ਆਪਣਾ ਵਰਤਾ ਉਸ ਇਨਸਾਨ ਨੂੰ, ਜਿਸ ਇਨਸਾਨ ਨੂੰ ਤੁਸੀਂ ਸਫਾਈ ਦੇ ਰਹੇ ਹੋ, ਜੇ ਤੁਸੀਂ ਉਹਦੇ ਨਾਲ ਆਪਣਾ ਵਰਤਾਅ ਵਧੀਆ ਰੱਖੋਗੇ ਤਾਂ ਉਹ ਇਨਸਾਨ ਤੁਹਾਨੂੰ ਆਪਣੇ ਆਪ ਸਮਝੇਗਾ। ਤੁਸੀਂ ਉਹਨੂੰ ਕਨਵਿੰਸ ਕਿਉਂ ਕਰਦੇ ਹੋ ਕਿ ਮੈਂ ਅੱਛਾ ਵਾਂ, ਜਦ ਕਿ ਤੁਸੀਂ ਉਹਨਾਂ ਬੈਠੇ ਚੁਗਲੀਆਂ ਕਰੀ ਜਾਂਦੇ। ਇਹ ਤਾਂ ਸਿਰਫ ਇੱਕ ਸਿੰਪਲ ਗੱਲ ਹੋ ਗਈ ਕਿ ਹਾਂ ਤੇਰੇ ਕੋਲ ਬੈਠੇ ਤੇਰੀ ਚੁਗਲੀ, ਮੇਰੇ ਕੋਲ ਬੈਠੇ ਮੇਰੀ ਚੁਗਲੀ, ਉਹਦੇ ਕੋਲ ਬੈਠੇ ਉਹਦੀ ਚੁਗਲੀ। ਇਹ ਲੋਕਾਂ ਦੀ ਪਤਾ ਕੀ ਫਿਤਰਤ ਹੁੰਦੀ ਪ੍ਰੀਤ, ਇਹ ਹਰ ਇਨਸਾਨ ਦੇ ਕੋਲ ਜਾ ਕੇ ਨਾ ਦੂਜੇ ਬੰਦੇ ਦੀ ਚੁਗਲੀ ਕਰ ਦਿੰਦੇ, ਪਰ ਆਪ ਅੰਦਰੋਂ ਇਹ ਬਹੁਤ ਵਧੀਆ ਸਭ ਨਾਲ ਰਹਿੰਦੇ। ਔਰ ਪ੍ਰੀਤ ਮੈਂ ਚੀਜ਼ਾਂ ਬੜੀ ਵਾਰ ਅਜਮਾਈਆਂ ਨੇ ਮੇਰੀ ਲਾਈਫ 'ਚ ਪ੍ਰੀਤ। ਕੁਛ ਇੰਜ ਲੋਕੀ ਹੈਗੇ ਕਿ ਜਿਹੜੇ ਕੀ ਕਰਦੇ ਹੈਗੇ ਆ, ਤੇਰੇ ਸਾਹਮਣੇ ਤੇਰੀ ਚੁਗਲੀ, ਮੇਰੇ ਸਾਹਮਣੇ, ਮਤਲਬ ਸਾਡੇ ਸਾਹਮਣੇ ਹਰ ਇਨਸਾਨ ਨੂੰ ਬੁਰਾ ਬਣਾ ਦਿੰਦੇ ਆ। ਇੱਕ ਪੱਲੀ ਸਾਡੇ ਦਿਮਾਗ 'ਚ ਵੀ ਗੱਲਾਂ ਆ ਜਾਂਦੀਆਂ ਕਿ ਸ਼ਾਇਦ ਯਾਰ ਉਹ ਇਨਸਾਨ ਬੁਰਾ ਨਾ ਹੋਵੇ, ਪਰ ਕੀ ਹੁੰਦਾ ਜਦੋਂ ਅਸੀਂ ਦੇਖਦੇ ਨਾ ਜਿਹੜਾ ਇਨਸਾਨ ਚੁਗਲੀ ਕਰ ਰਿਹਾ ਹੁੰਦਾ ਉਹਨੂੰ ਅਸੀਂ ਦੇਖਦੇ ਕਿ ਉਹ ਉਸ ਇਨਸਾਨ ਨਾਲ ਬਹੁਤ ਵਧੀਆ ਜਾ ਕੇ ਬੋਲ ਰਿਹਾ ਹੁੰਦਾ, ਫਿਰ ਅਸੀਂ ਸ਼ੌਕਿੰਗ ਹੋ ਜਾਂਦੇ ਕਿ ਯਾਰ ਵਟ ਇਜ਼ ਦਿਸ, ਕਿ ਸਾਨੂੰ ਲੋਕਾਂ ਤੋਂ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਖੁਦ ਤਾਂ ਜਾ ਕੇ ਉਹਨਾਂ ਨਾਲ ਵਾਹ ਵਾਹੀਆਂ ਖੱਟੀਆਂ ਜਾ ਰਹੀਆਂ, ਖੁਦ ਵਧੀਆ ਬਣ ਕੇ, ਮਤਲਬ ਖੁਦ ਉਹਨਾਂ ਦੇ ਸਾਹਮਣੇ ਆਪਣੇ ਆਪ ਨੂੰ ਅੱਛਾ ਪ੍ਰੂਵ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਕਿ ਮੈਂ ਅੱਛਾ ਹਾਂ, ਬਾਕੀ ਸਭ ਮਾੜੇ ਜਿਹੜੇ ਤੁਹਾਡੇ ਨਾਲ ਵਧੀਆ ਬਿਹੇਵੀਅਰ ਨਹੀਂ ਕਰਦੇ ਹੈਗੇ। ਬਟ ਇਹ ਚੀਜ਼ ਮਾੜੀ ਹੈਗੀ ਕਿ ਜੇ ਤੁਸੀਂ ਕਿਸੇ ਦੇ ਦਿਲ ਵਿੱਚ ਕਿਸੇ ਪ੍ਰਤੀ ਮੈਲ ਭਰਦੇ ਹੈਗੇ ਹੋ ਸਿਰਫ ਆਪਣੀ ਵਾਹ ਵਾਹੀ ਖੱਟਣ ਵਾਸਤੇ। ਬਿਲਕੁਲ ਇੱਕ ਗੱਲ ਹੋ ਰਿਹਾ ਮਮਤਾ, ਜੋ ਇਨਸਾਨ ਦੀ ਹਰ ਕਿਸੇ ਨਾਲ ਬਣੇ ਨਾ ਉਹ ਫਿਰ ਇਨਸਾਨ ਨਹੀਂ ਹੁੰਦਾ, ਕਿਉਂਕਿ ਦੁਸ਼ਮਣ ਹੋਣੇ ਵੀ ਬਹੁਤ ਜ਼ਰੂਰੀ ਨੇ ਤੇ ਕਿਸੇ ਨਾਲ ਲੜਾਈ ਹੋਣੀ ਵੀ ਬਹੁਤ ਜ਼ਰੂਰੀ ਹੈ। ਕਿਉਂਕਿ ਜਿਹੜੇ ਇਨਸਾਨ ਦੀ ਹਰ ਕਿਸੇ ਨਾਲ ਬਣੇ ਫਿਰ ਉਹ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਮਮਤਾ ਕੋਈ ਇਨਸਾਨ ਦੀ ਹਰ ਕਿਸੇ ਨਾਲ ਕਿਉਂ ਬਣ ਰਹੀ ਹੈ। ਪ੍ਰੀਤ ਹਰ ਇਨਸਾਨ ਨਾਲ ਬਣਾਉਣ ਵਾਸਤੇ ਪਤਾ ਲੋਕੀ ਕੀ ਕਰਦੇ ਹੈਗੇ, ਲੋਕਾਂ ਨੂੰ ਨਾ ਕਈਆਂ ਨੂੰ ਨਾ ਚਾਪਲੂਸੀਆਂ ਦੀ ਬਹੁਤ ਬੁਰੀ ਆਦਤ ਹੁੰਦੀ ਹੈ। ਬਿਲਕੁਲ ਚਾਪਲੂਸੀਆਂ ਕਰਕੇ ਹੀ ਹਰ ਕਿਸੇ ਦੀ ਗੁੱਡ ਦੇ ਵਿੱਚ ਮਤਲਬ ਵਧੀਆ ਰਹਿਣਾ ਚਾਹੁੰਦੇ ਨੇ, ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਉਹਨਾਂ ਦੀ ਵੈਲਿਊ ਬਣ ਕੀ ਰਹੀ ਹੈ ਇਸ ਵਕਤ। ਪਹਿਲਾਂ ਪਤਾ ਉਹ ਇਨਸਾਨ ਕੀ ਕਰਦੇ ਹੈਗੇ, ਉਹ ਚਾਪਲੂਸੀਆਂ ਕਰਕੇ ਪਹਿਲਾਂ ਤਾਂ ਖੁਦ ਨੂੰ ਬੜਾ ਅੱਛਾ ਪ੍ਰੂਵ ਕਰ ਦਿੰਦੇ। ਮੈਂ ਤੁਹਾਨੂੰ ਜਿੱਦਾਂ ਕਿਹਾ ਨਾ ਕਿ ਉਸ ਇਨਸਾਨ ਨੂੰ ਸਮਝਣ ਵਾਸਤੇ 4-6 ਮਹੀਨੇ ਸਾਲ ਦਾ ਵਕਫਾ ਹਰ ਇਨਸਾਨ ਨੂੰ ਚਾਹੀਦਾ ਹੁੰਦਾ ਵੀ ਜਦੋਂ ਕਿਸੇ ਇਨਸਾਨ ਨੂੰ ਸਮਝਣਾ ਹੁੰਦਾ, ਕਿਉਂਕਿ ਜਦੋਂ ਕਿਸੇ ਨਾਲ ਕੋਈ ਸਮਾਂ ਗੁਜ਼ਾਰਦਾ ਤਾਂ ਹੀ ਉਹਨੂੰ ਪਤਾ ਚੱਲਦਾ ਵੀ ਕਿੱਦਾਂ ਦਾ। ਪਰ ਕਈ ਵਾਰ ਇਹ ਜਿਹੜੇ ਇਨਸਾਨ ਹੁੰਦੇ ਨਾ ਇਹ ਕਿਸੇ 'ਚ ਵੜਨ ਵਾਸਤੇ ਮਤਲਬ ਹਾਏ ਮੈਂ ਮਰ ਗਈ, ਹਾਏ ਮੈਂ ਬੇਚਾਰੀ, ਜਾਂ ਚਾਪਲੂਸੀਆਂ ਕਰਕੇ ਇੱਕ ਵਾਰ ਅੰਦਰ ਵੜ ਕੇ ਨਾ ਬਾਅਦ 'ਚੋਂ ਇਹੀ ਲੋਕ ਪ੍ਰੀਤ ਪਤਾ ਕੀ ਕਰਦੇ, ਇਹ ਪਿੱਠ ਪਿੱਛੇ ਛੁਰੇ ਘੋਪਦੇ। ਪਹਿਲਾਂ ਇਨਸਾਨ ਨੂੰ ਜਿਹੜਾ ਹੈਗਾ ਆਪਣੀ ਆਦਤ ਪਾ ਦੇਣਗੇ ਕਿ ਹਾਂ ਮੈਂ ਬਹੁਤ ਵਧੀਆ, ਮੈਂ ਬਹੁਤ ਚੰਗਾ, ਔਰ ਰੋ ਕੇ ਆਪਣੇ ਨੂੰ ਵਿਚਾਰਾ ਵੀ ਪ੍ਰੂਵ ਕਰ ਦੇਣਗੇ ਕਿ ਮਤਲਬ ਮੇਰਾ ਬਹੁਤ ਬੁਰਾ ਕੀਤਾ, ਉਹਨੇ ਬੁਰਾ ਕੀਤਾ, ਉਹਨੇ ਬੁਰਾ ਕੀਤਾ, ਉਹਨੇ ਬੁਰਾ ਕੀਤਾ। ਪਰ ਅਸਲੀਅਤ ਕਈ ਵਾਰ ਕਿਸੇ ਨੂੰ ਸਮਝ ਨਹੀਂ ਆਉਂਦੀ ਹੈਗੀ ਕਿ ਇਹ ਇਨਸਾਨ ਮਤਲਬ ਜੇ ਇਹ ਇੰਨਾ ਚੰਗਾ ਸੀਗਾ, ਇੰਨਾ ਮਿੱਠਾ ਸੀ, ਸਭ ਨਾਲ ਇੰਨਾ ਮਿੱਠ ਬੋਲੜਾ ਸੀਗਾ, ਤਾਂ ਇਹਦੇ ਨਾਲ ਕਿਸੇ ਨੇ ਬੁਰਾ ਕਿਉਂ ਕੀਤਾ? ਕੋਈ ਪਾਗਲ ਥੋੜੀ ਹੋਊਗਾ ਵੀ ਜੇ ਕੋਈ ਮਤਲਬ ਕਹਿ ਲਓ ਵੀ ਤੁਸੀਂ ਇੰਨੇ ਵਧੀਆ ਹੈਗੇ ਤੁਹਾਡੇ ਨਾਲ ਬੁਰਾ ਕਰੇ। ਗੱਲ ਇਹ ਸੋਚਣ ਦੀ ਹੋ ਜਾਂਦੀ, ਮਤਲਬ ਕਮੀ ਤਾਂ ਕਿਤੇ ਹੋਊਗੀ ਨਾ, ਨਹੀਂ ਤਾਂ ਕਿਸੇ ਨੂੰ ਜ਼ਿੰਦਗੀ ਵਿੱਚ ਇੰਨਾ ਵਧੀਆ ਇਨਸਾਨ ਜਿਹੜਾ ਹਰ ਕੰਮ 'ਚ ਹੱਥ ਬਟਾ ਰਿਹਾ ਹੈ, ਇੰਨੀ ਕੇਅਰ ਕਰਦਾ ਹੋਵੇ, ਮਤਲਬ ਇੰਜ ਦੇ ਇਨਸਾਨ ਵਿੱਚ ਵੀ ਜੇ ਕਿਤੇ ਨੁਕਸ ਹੈਗਾ, ਔਰ ਨੁਕਸ ਇਹੀ ਹੁੰਦਾ ਕਿ ਇਹ ਲੋਕ ਪਤਾ ਕੀ ਕਰਦੇ, ਮਿੱਠਾ ਬੋਲ ਕੇ ਵਿੱਚ ਵੜ ਕੇ ਨਾ ਹੋਰ ਲੋਕਾਂ ਦੇ ਜਾ ਕੇ ਕੰਨ ਭਰੀ ਜਾਣਗੇ, ਮਤਲਬ ਹੋਰ ਲੋਕਾਂ ਨੂੰ ਐਂਟੀ ਕਰ ਦੇਣਗੇ, ਪਰ ਮੈਂ ਵਧੀਆ, ਮੈਂ ਵਧੀਆ, ਮੈਂ ਵਧੀਆ, ਇਹੀ ਇਹਨਾਂ ਦੀ ਮਤਲਬ ਜਿਹੜੀ ਹੈਗੀ ਹੈ ਉਹ ਫਿਤਰਤ ਹੁੰਦੀ ਹੈ। ਬਿਲਕੁਲ ਮਮਤਾ ਇੱਕ ਗੱਲ ਹੋ ਰਿਹਾ, ਜਦੋਂ ਇਨਸਾਨ ਬਹੁਤ ਮਿੱਠਾ ਬੋਲੇ ਨਾ ਤਾਂ ਸਾਹਮਣੇ ਵਾਲਾ ਕਹਿੰਦਾ ਵਾਹ ਇਹ ਤਾਂ ਇਨਸਾਨ ਬਹੁਤ ਚੰਗਾ। ਪਰ ਦੋਸਤੋ ਤੁਹਾਨੂੰ ਮਿੱਠੇ ਇਨਸਾਨ ਨਾਲੋਂ ਨਾ ਕੋੜੇ ਇਨਸਾਨ ਨਾਲ ਯਾਰੀ ਰੱਖਣੀ ਬਹੁਤ ਜ਼ਰੂਰੀ ਹੈ, ਕਿਉਂਕਿ ਜਿਹੜਾ ਮਿੱਠਾ ਇਨਸਾਨ ਹੁੰਦਾ ਨਾ ਤਾਂ ਮਿੱਠਾ ਕਰਕੇ ਤੁਹਾਨੂੰ ਫਸਾ ਲੈਂਦਾ, ਲੇਕਿਨ ਜਿਹੜਾ ਕੋੜਾ ਇਨਸਾਨ ਹੋਊਗਾ ਨਾ ਤੁਹਾਨੂੰ ਖਰੀਆਂ ਗੱਲਾਂ ਤਾਂ ਜ਼ਰੂਰ ਲੱਗਣਗੀਆਂ ਉਹਦੀਆਂ, ਪਰ ਉਹ ਇਨਸਾਨ ਤੁਹਾਡੇ ਲਈ ਬੈਟਰ ਹੋਊਗਾ। ਕਿਉਂਕਿ ਜਿਹੜੇ ਮਿੱਠੇ ਹੁੰਦੇ ਨਾ ਉਹ ਦਿਲ ਵਿੱਚ ਜ਼ਹਿਰ ਘੋਲ ਕੇ ਰੱਖਦੇ, ਔਰ ਜਿਹੜੇ ਪ੍ਰੀਤ ਸਟ੍ਰੇਟ ਫਾਰਵਰਡ ਹੁੰਦੇ ਉਹ ਸਟ੍ਰੇਟ ਫਾਰਵਰਡ ਤੇ ਤਾਂ ਜੋ ਅੰਦਰ ਹੈ ਉਹੀ ਮੂੰਹ ਤੇ ਹੈ। ਉਹੀ ਤੁਹਾਡੇ ਵਾਲੀ ਗੱਲ ਕਿ ਉਹ ਸਟ੍ਰੇਟ ਫਾਰਵਰਡ ਨਾ 2 ਮਿੰਟ ਤਾਂ ਮਤਲਬ ਲੱਗਦਾ ਕਿ ਯਾਰ ਵਟ ਇਜ਼ ਦੇ ਤਾਂ ਬਹੁਤ ਹੀ ਰੂਡ ਬੋਲਦਾ ਹੈ, ਪਰ ਮੈਨੂੰ ਲੱਗਦਾ ਅੱਜ ਦੇ ਟਾਈਮ ਜਿਹੜੇ ਰੂਡ ਲੋਕੀ ਹੈ ਨਾ
ਉਹ better ਉਹ ਜ਼ਿਆਦਾ ਵਧੀਆ ਨੇ। ਉਹ ਐਟਲੀਸਟ ਜੋ ਉਹਨਾਂ ਦੇ ਮੂੰਹ ਤੇ, ਜੋ ਉਹਨਾਂ ਦੇ ਦਿਲ ਵਿੱਚ, ਉਹ ਕਿਸੇ ਦੇ ਪਿੱਠ ਪਿੱਛੇ ਛੁਰਾ ਤਾਂ ਨਹੀਂ ਘੋਪਣਗੇ ਵੀ ਹਾਂ ਵੀ ਕੁਝ ਮਤਲਬ ਕਹਿ ਲਓ ਕਿਸੇ ਦਾ ਮਾੜਾ। ਜੇ ਉਹਨਾਂ ਨੇ ਮਾੜਾ ਵੀ ਕਰਨਾ ਨਾ, ਉਹ ਬੋਲ ਕੇ ਕਰਨਗੇ। ਉਹ ਐ ਨਹੀਂ ਮਾੜਾ ਕਰਨਗੇ ਕਿ ਹਾਂ ਵੀ ਮਿੱਠੇ ਬਣ ਕੇ ਤੇ ਤੁਸੀਂ ਚੱਕ ਕੇ ਕਿਸੇ ਹੋਰ ਨੂੰ ਅੰਦਰੋਂ ਤੁਸੀਂ ਘੁਣ ਵਾਂਗੂ ਖਾਈ ਜਾਂਦੇ ਹੋ ਹੈ, ਔਰ ਉੱਪਰੋਂ ਤੁਸੀਂ ਜੀ ਕਰੀ ਜਾਂਦੇ। ਇਹ ਲੋਕਾਂ ਦੀ ਬਹੁਤ ਅੱਜ ਕੱਲ੍ਹ ਦੀ ਫਿਤਰਤ ਹੋ ਗਈ ਕਿ ਚੁਗਲੀਆਂ ਵੀ ਕਰੀ ਜਾਣੀਆਂ ਔਰ ਘੁਣ ਵਾਂਗੂ ਕਿਸੇ ਨੂੰ ਖਾਈ ਵੀ ਜਾਣਾ ਔਰ ਖਾ ਕੇ ਉਹਨੂੰ ਹੀ ਵੱਢੀ ਜਾਣਾ। ਬਿਲਕੁਲ ਮਮਤਾ, ਪਹਿਲਾਂ ਪਤਾ ਕੀ ਹੁੰਦਾ ਸੀ, ਪਹਿਲਾਂ ਪਿੰਡਾਂ ਦੇ ਵਿੱਚ ਲੋਕੀ ਚੁਗਲੀਆਂ ਕਰਨ ਵਾਸਤੇ ਦਰਵਾਜ਼ਿਆਂ ਤੇ ਖੜ ਜਾਂਦੇ ਸੀ, ਜਾਂ ਫਿਰ ਗਲੀਆਂ ਦੇ ਵਿੱਚ ਮੰਜੇ ਢਾ ਕੇ ਸਾਰਿਆਂ ਨੇ ਘੇਰਾ ਬਣਾ ਕੇ ਬਹਿ ਜਾਣਾ। ਲੇਡੀਜ਼ ਨੇ ਇੱਕ ਦੂਜੇ ਦੇ ਘਰ ਦੀ ਚੁਗਲੀ ਕਰਨੀ ਜਾਂ ਲੇਡੀਜ਼ ਦੀ ਚੁਗਲੀ ਕਰਨੀ। ਪਰ ਜਿਹੜਾ ਅੱਜ ਕੱਲ੍ਹ ਦਾ ਸਮਾਂ ਆ ਚੁੱਕਿਆ ਨਾ, ਉਹ ਜਿਵੇਂ ਕਿ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ, ਡਿਜੀਟਲ ਚੁਗਲੀਆਂ। ਇਹ ਡਿਜੀਟਲ ਚੁਗਲੀਆਂ ਦੇ ਵਿੱਚ ਇਹ ਅੱਜ ਕੱਲ੍ਹ ਦੀਆਂ ਲੇਡੀਜ਼ ਕੀ ਕਰਦੀਆਂ ਨੇ, ਜਾਂ ਕੁੜੀਆਂ ਲਾ ਲਓ, ਲੇਡੀਜ਼ ਲਾ ਲਓ, ਅੱਜ ਕੱਲ੍ਹ WhatsApp ਤੇ ਚੈਟ ਕਰਦੀਆਂ ਨੇ। WhatsApp ਤੇ ਚੈਟ ਕਰ ਕਰਕੇ ਚੁਗਲੀ ਡਾਇਰੈਕਟ ਸਕਰੀਨਸ਼ਾਟ ਲੈ ਕੇ ਇੱਕ ਦੂਜੇ ਦੇ ਕਲੇਸ਼ ਪਵਾਉਂਦੀਆਂ ਨੇ। ਤੇ ਇਸ ਦੇ ਨਾਲ ਹੀ ਜੇ ਕਿਸੇ ਨੇ ਇੱਕ ਦੂਜੇ ਨੂੰ ਬਲੌਕ ਕੀਤਾ ਜਾਂ ਹਾਈਡ ਕੀਤਾ ਤਾਂ ਉਹਨਾਂ ਦੇ ਸਟੇਟਸ ਤੱਕ ਵੀ ਸਕਰੀਨਸ਼ਾਟ ਲੈ ਕੇ ਇੱਕ ਦੂਜੇ ਨੂੰ ਸੈਂਡ ਕਰਦੇ ਨੇ। ਸੋ ਇਹ ਅੱਜ ਕੱਲ੍ਹ ਦੀ ਜਿਹੜੇ ਚੁਗਲੀਆਂ ਦਾ ਸਿਲਸਿਲਾ ਬਣ ਚੁੱਕਿਆ ਨਾ, ਚੁਗਲੀ ਜਿਹੜੀ ਹੈਗੀ ਹੈ ਬਹੁਤ ਖਤਰਨਾਕ ਹੋ ਚੁੱਕੀ ਹੈ। ਬਿਲਕੁਲ। ਤੇ ਪਰ ਇਹ ਹੈ ਵੀ ਇਹਦੇ ਨਾਲ ਪ੍ਰੀਤ ਇੱਕ ਫਾਇਦਾ ਹੋ ਗਿਆ ਵੀ ਕੋਈ ਇਨਸਾਨ ਮੁੱਕਰ ਨਹੀਂ ਸਕਦਾ ਵੀ ਹਾਂ ਵੀ ਉਹਨੇ ਇਹ ਚੁਗਲੀ ਕੀਤੀ। ਪਰ ਜਿੱਦਾਂ ਆਪਾਂ ਗੱਲ ਕਰ ਰਹੇ ਸੀ ਨਾ, ਪਹਿਲਾਂ ਪਿੰਡਾਂ ਵਿੱਚ ਕੀ ਹੁੰਦਾ ਸੀਗਾ ਕਿ ਜਨਾਨੀਆਂ ਬਹਿ ਜਾਂਦੀਆਂ ਸੀ। ਪਹਿਲਾਂ ਪ੍ਰੀਤ ਪਿੰਡਾਂ ਵਿੱਚ ਨਾ, ਪਿੰਡਾਂ ਨੂੰ ਨਾ ਇੱਕ ਸਮਝਿਆ ਜਾਂਦਾ ਸੀਗਾ, ਇੱਕ ਦੂਜੇ ਦੇ ਘਰਾਂ ਦੀ ਚੁਗਲੀ ਨਹੀਂ ਹੁੰਦੀਆਂ ਸੀ। ਉਦੋਂ ਜਿਹੜੀਆਂ ਹੈਗੀਆਂ ਗਵਾਂਢ ਦੇ ਪਿੰਡਾਂ ਦੀ ਚੁਗਲੀਆਂ ਹੁੰਦੀਆਂ ਸੀ ਵੀ ਜੇ 10-15 ਜਨਾਨੀਆਂ ਬਹਿ ਗਈਆਂ ਜਾਂ 7 ਤੇ 10-15 ਬਜ਼ੁਰਗ ਬਹਿ ਗਏ ਤਾਂ ਉਹਨਾਂ ਨੇ ਆਪਣੇ ਪਿੰਡ ਦੀ ਚੁਗਲੀ ਨਹੀਂ ਕਰਨੀ, ਦੂਜੇ ਪਿੰਡ ਦੀ ਚੁਗਲੀ ਕਰਨੀ। ਦੂਜੇ ਪਿੰਡ ਦੀ ਚੁਗਲੀ ਹੁੰਦੀ ਸੀ ਉਦੋਂ ਪੂਰਾ ਇੱਕ ਪਿੰਡ, ਇੱਕ ਜੁਆਇੰਟ ਫੈਮਿਲੀ ਹੁੰਦਾ ਸੀ, ਇੱਕ ਘਰ ਹੁੰਦਾ ਸੀ, ਪੂਰਾ ਇੱਕ ਕੁਲਬਾ ਹੁੰਦਾ ਸੀਗਾ। ਮਤਲਬ ਚੁਗਲੀਆਂ ਦੇ ਵੀ ਕਹਿ ਲਓ ਅਲੱਗ-ਅਲੱਗ ਤਰ੍ਹਾਂ ਦੇ ਫਾਰਮਸ ਬਣਦੀਆਂ ਆਈਆਂ ਨੇ ਕਿ ਪਹਿਲਾਂ ਪਿੰਡਾਂ ਵਿੱਚ ਜਿਹੜੀਆਂ ਹੈਗੀਆਂ ਵੀ ਪਿੰਡਾਂ ਦੀਆਂ ਹੁੰਦੀਆਂ ਸੀ, ਫਿਰ ਹੌਲੀ-ਹੌਲੀ ਰਿਵਾਜ ਬਦਲ ਗਏ। ਫਿਰ ਘਰਾਂ ਦੀਆਂ ਜਿੱਦਾਂ ਘਰ ਸਿੰਗਲ ਹੋਣੇ ਸ਼ੁਰੂ ਹੋ ਗਏ ਤਾਂ ਫਿਰ ਉਦਾਂ ਘਰਾਂ ਦੀਆਂ, ਕਿਉਂਕਿ ਸਾਂਝੇ ਕੁਲਵੇ ਰਹਿਣੇ ਬੰਦ ਹੋ ਗਏ ਤਾਂ ਘਰਾਂ ਦੀਆਂ ਹੋ ਗਈਆਂ। ਦਰਾਣੀਆਂ ਜਠਾਣੀਆਂ ਦੀ ਚੁਗਲੀਆਂ ਹੋ ਗਈਆਂ, ਸੱਸਾਂ ਦੇ ਖਿਲਾਫ ਚੁਗਲੀਆਂ ਹੋ ਗਈਆਂ, ਨਨਾਣਾਂ ਦੇ ਖਿਲਾਫ ਚੁਗਲੀਆਂ ਹੋ ਗਈਆਂ। ਮਤਲਬ ਸੱਸ ਤੇ ਧੀ ਇੱਕ ਪਾਸੇ ਹੋ ਜਾਂਦੇ, ਦਰਾਣੀ ਜਠਾਣੀ ਇੱਕ ਪਾਸੇ ਹੋ ਜਾਂਦੀ ਹੈ। ਇੱਕ ਦਰਾਣੀ ਦੀ ਜੇ ਸੱਸ ਨਾਲ ਬਣਦੀ ਹੈਗੀ ਤਾਂ ਉਹਦੀ ਨਨਾਣ ਨਾਲ। ਮਤਲਬ ਚੁਗਲੀਆਂ ਦਾ ਇੱਕ ਚੱਕਰ ਵੀ ਉਹ ਹੈਗਾ ਕਿ ਜਿਹਦੇ ਵਿੱਚ ਵੈਸੇ ਤਾਂ ਇਨਸਾਨ ਨੂੰ ਬਾਹਰ ਰਹਿਣਾ ਚਾਹੀਦਾ ਹੈਗਾ ਕਿ ਚੁਗਲੀਆਂ ਦਾ ਕੋਈ ਫਾਇਦਾ ਤਾਂ ਹੈ ਨਹੀਂਗਾ। ਜੇ ਤੁਹਾਡੇ ਮਨ 'ਚ ਕੋਈ ਗੱਲ ਹੈਗੀ ਤਾਂ ਤੁਸੀਂ ਸਟ੍ਰੇਟ ਵੇ ਕਰੋ, ਜੇ ਤੁਹਾਡੀ ਨਿਭਦੀ ਨਿਭਾਓ, ਨਹੀਂ ਨਿਭਦੀ ਤਾਂ ਉਹਨੂੰ ਕੱਟ ਕਰ ਦਿਓ। ਪਰ ਤੁਸੀਂ ਕਿਸੇ ਦੀ ਚੁਗਲੀ ਕਰ ਕਰਕੇ ਸਾਰਾ ਦਿਨ ਕਿਸੇ ਦੇ ਘਰ ਪੱਟਣੇ, ਉਹ ਚੀਜ਼ ਮਾੜੀ ਗੱਲ ਹੁੰਦੀ ਹੈ। ਬਿਲਕੁਲ ਮਮਤਾ, ਜਿਹੜੀ ਚੁਗਲੀ ਹੈ ਨਾ, ਇਹ ਇਨਸਾਨ ਦੇ ਰਿਸ਼ਤਿਆਂ ਨੂੰ ਵੀ ਖਤਮ ਕਰ ਦਿੰਦੀ ਹੈ। ਜ਼ਹਿਰ ਖਾਧਾ ਹੋਇਆ ਜਾਂ ਪਿਆਇਆ ਹੋਇਆ ਕਿਸੇ ਨੂੰ ਇਨਸਾਨ ਨੂੰ ਖਤਮ ਤਾਂ ਕਰ ਸਕਦਾ, ਲੇਕਿਨ ਜਿਹੜੀ ਚੁਗਲੀ ਹੈ ਨਾ, ਉਹ ਇਨਸਾਨ ਦੇ ਰਿਸ਼ਤੇ ਨੂੰ ਬਿਲਕੁਲ ਹੀ ਖਤਮ ਕਰ ਦਿੰਦੀ ਹੈ, ਜੋ ਕਦੇ ਵੀ ਇੱਕ ਨਹੀਂ ਹੁੰਦੇ ਹੈਗੇ। ਚੁਗਲੀ ਦਾ ਅਸਰ ਕਈ ਵਾਰ ਤੁਹਾਨੂੰ ਪਤਾ ਵੀ ਮਤਲਬ ਕਈ ਚੁਗਲੀਆਂ ਆਪਾਂ ਜਿੱਦਾਂ ਮੈਂ ਹੁਣੇ ਤੁਹਾਡੇ ਨਾਲ ਗੱਲ ਕੀਤੀ ਵੀ ਦਰਾਣੀ ਜਠਾਣੀ ਜਾਂ ਸੱਸ ਨੂੰ ਵੀ ਐਦਾਂ ਦੀ ਚੁਗਲੀਆਂ ਹੁੰਦੀਆਂ। ਕਈ ਵਾਰ ਕੀ ਹੁੰਦੀਆਂ ਚੁਗਲੀਆਂ 'ਚ ਵਿਚਾਰੇ ਮੀਆਂ ਬੀਬੀ ਵੀ ਲਪੇਟੇ ਜਾਂਦੇ ਆ ਜੀ। ਮਤਲਬ ਮੈਂ ਐਸ ਦੇ ਬਹੁਤ ਇਨਸਾਨ ਦੇਖੇ ਕਿ ਜਿਹੜੇ ਮੀਆਂ ਬੀਬੀ ਦੋਵਾਂ ਦੇ ਨੇੜ ਹੁੰਦੇ ਆ, ਉਹ ਕਈ ਵਾਰ ਉਹਨਾਂ ਲੋਕਾਂ ਤੋਂ ਕਹਿੰਦੇ ਨਾ ਮੀਆਂ ਬੀਬੀ ਦੀ ਖੁਸ਼ੀ ਨਹੀਂ ਦੇਖੀ ਜਾਂਦੀ ਹੈਗੀ, ਔਰ ਮੀਆਂ ਬੀਬੀ ਨੂੰ ਆਪਸ ਵਿੱਚ ਤੋੜਨ ਵਾਸਤੇ ਉਹ ਇਨਸਾਨ ਜਿਹੜਾ ਹੁੰਦਾ ਵਿੱਚ ਇੱਕ ਮੀਡੀਓਕਰ ਹੁੰਦਾ, ਜਿਹੜਾ ਸਾਂਝਾ ਫਰੈਂਡ ਹੁੰਦਾ, ਉਹ ਇੱਧਰ ਦੀਆਂ ਗੱਲਾਂ ਉੱਧਰ ਤੇ ਉੱਧਰ ਦੀਆਂ ਉੱਧਰ, ਮਤਲਬ ਕਹਿੰਦੇ ਨਾ ਜਿੱਧਰੋਂ ਜ਼ਿਆਦਾ ਬੈਨੀਫਿਟ ਹੋ ਗਿਆ ਉੱਧਰ ਨੂੰ ਜਾ ਕੇ ਉਹਨੇ ਜਿਹੜਾ ਹੈਗਾ ਉੱਧਰ ਦਾ ਜਿੱਧਰਲਾ ਪਲੜਾ ਭਾਰੀ ਹੈ ਉੱਧਰ ਜਾ ਕੇ ਉਹਨੇ ਕੰਨ ਭਰਨੇ ਸ਼ੁਰੂ ਕਰ ਦੇਣੇ। ਉਹ ਇਨਸਾਨ ਤਾਂ ਆਪਣੇ ਫਾਇਦੇ ਵਾਸਤੇ ਇਹ ਸਭ ਕੁਝ ਕਰੀ ਜਾਂਦਾ, ਪਰ ਉਹਨੂੰ ਇਹ ਨਹੀਂ ਸਮਝ ਆਉਂਦੀ ਹੈ ਕਿ ਉਹਦੇ ਕਰਕੇ ਉਹਨਾਂ ਦੇ ਘਰ ਵਿੱਚ ਕੀ ਪ੍ਰੋਬਲਮ ਆ ਰਹੀ, ਉਹਦੇ ਬੱਚਿਆਂ ਦੇ ਕੀ ਪ੍ਰੋਬਲਮ ਆ ਰਹੀ। ਮਤਲਬ ਇਨਸਾਨ ਨੂੰ ਇੰਨਾ ਵੀ ਸੈਲਫਿਸ਼ ਨਹੀਂ ਹੋਣਾ ਚਾਹੀਦਾ ਕਿ ਉਹ ਕਿਸੇ ਹੋਰ ਦੀ ਫੈਮਿਲੀ ਨੂੰ ਆਪਣੇ ਮਤਲਬ ਵਾਸਤੇ ਹਾਰਮ ਕਰਨ ਵਾਸਤੇ, ਜੇ ਤੁਹਾਨੂੰ ਕੋਈ ਆਪਣਾ ਸਮਝ ਕੇ ਤੁਹਾਡੇ ਨਾਲ ਦਿਲ ਦੀ ਗੱਲ ਕਰ ਰਿਹਾ ਹੈਗਾ, ਤੁਸੀਂ ਉਹਦੀਆਂ ਸਾਰੀਆਂ ਗੱਲਾਂ ਜਾ ਕੇ ਤੁਸੀਂ ਮੀਆਂ ਬੀਬੀ 'ਚ ਤਕਰਾਰ ਪੈਦਾ ਕਰਨ ਦੇ ਮਤਲਬ ਜਿਹੜੇ ਤੁਸੀਂ ਮਤਲਬ ਐਫਰਟਸ ਕਰਦੇ ਹੋ, ਉਹ ਬਹੁਤ ਮਾੜੀ ਗੱਲ ਹੈ। ਔਰ ਅੱਜ ਦੇ ਸਮੇਂ 'ਚ ਪ੍ਰੀਤ ਇਹ ਬਹੁਤ ਜ਼ਿਆਦਾ ਘਰਾਂ ਵਿੱਚ ਹੋ ਰਿਹਾ। ਬਹੁਤ ਘਰ ਇਸ ਕਰਕੇ ਹੀ ਟੁੱਟ ਰਹੇ ਹੈਗੇ ਕਿ ਜਿਹੜੇ ਕਾਮਨ ਫਰੈਂਡਸ ਹੁੰਦੇ ਆ ਉਹ ਜਾ ਕੇ ਗੱਲਾਂ ਇੱਧਰ ਦੀਆਂ ਉੱਧਰ ਕਰਦੇ ਹੈਗੇ, ਔਰ ਮੀਆਂ ਬੀਬੀ ਵਿੱਚ ਬਹੁਤ ਡਿਸਪਿਊਟ ਹੋ ਜਾਂਦਾ। ਔਰ ਉਹ ਡਿਸਪਿਊਟ ਕਈ ਵਾਰ ਇੰਨੇ ਕੁ ਵੱਧ ਜਾਂਦੇ ਹੈਗੇ ਨਾ ਵੀ ਉਹ ਖਤਮ ਕੀਤਿਆਂ ਵੀ ਖਤਮ ਨਹੀਂ ਹੁੰਦੇ, ਔਰ ਪੂਰੀ ਮਤਲਬ ਇੱਕ ਚੁਗਲੀ ਨਾਲ ਪੂਰੇ ਦਾ ਪੂਰਾ ਘਰ ਜਿਹੜਾ ਹੈਗਾ ਵਾ ਉਹ ਬਰਬਾਦ ਹੋ ਜਾਂਦਾ। ਬੱਚਿਆਂ ਦੇ ਫਿਊਚਰ ਖਤਮ ਹੋ ਜਾਂਦੇ ਹੈ, ਬੰਦੇ ਰੁਲ ਜਾਂਦੇ, ਜਨਾਨੀਆਂ ਰੁਲ ਜਾਂਦੀਆਂ। ਪਰ ਜੇ ਸੋਚਿਆ ਜਾਵੇ ਇਹਦੇ ਵਿੱਚ ਉਸ ਇਨਸਾਨ ਦਾ ਕੀ ਬੈਨੀਫਿਟ ਮਿਲਿਆ? ਉਹਨੂੰ ਤਾਂ ਸਿਰਫ ਆਪਣੇ ਖਾਣ ਤੋਂ ਮਤਲਬ ਹੈ ਕਿ ਮੈਨੂੰ ਜੋ ਖਵਾ ਰਿਹਾ ਹੈਗਾ ਮੈਂ ਉਹਦੇ ਪੱਖ ਵਿੱਚ ਤੁਰਿਆ ਫਿਰਾਂ, ਉਹਨੂੰ ਹੋਰ ਕਿਸੇ ਚੀਜ਼ ਤੋਂ ਕੋਈ ਮਤਲਬ ਨਹੀਂ ਹੈਗਾ। ਉਹਨੂੰ ਸਿਰਫ ਆਪਣਾ ਘਰ ਭਰਦਾ ਨਜ਼ਰ ਆਉਣਾ ਚਾਹੀਦਾ। ਫਿਰ ਉਹ ਚੁਗਲੀ ਜਿੰਨੀ ਵੀ ਮੈਕਸਿਮਮ ਮਸਾਲੇ ਨਾਲ ਇਨਸਾਨ ਕਰ ਸਕਦਾ ਨਾ ਉਹ ਕਰਦਾ। ਇੱਕ ਗੱਲ ਹੋਰ ਹੈ ਮਮਤਾ, ਜੇ ਚੁਗਲੀ ਇਨਸਾਨ ਕਰਦਾ ਨਾ ਤਾਂ ਫਿਰ ਉਹਨੂੰ ਭੁਗਤਣਾ ਵੀ ਜ਼ਰੂਰ ਪੈਂਦਾ। ਜੇ ਆਪਾਂ ਦੋਸਤੋ ਕਿਸੇ ਦੀ ਬੁਰਾਈ ਕਰਾਂਗੇ
ਤਾਂ ਫਿਰ ਆਪਾਂ ਪਿੱਛੇ ਹੀ ਜਾਵਾਂਗੇ। ਅੱਗੇ ਸੋਚਣ ਵਾਰੇ ਆਪਾਂ ਇਹ ਨਾ ਸੋਚੀਏ ਕਿ ਆਪਾਂ ਉਹਦੀ ਚੁਗਲੀ ਕਰਾਂਗੇ, ਉਹਦੀ ਨਿੰਦਿਆ ਕਰਾਂਗੇ ਜਾਂ ਦੂਜੇ ਬੰਦੇ ਨੂੰ ਦੱਸਾਂਗੇ ਉਹਦਾ ਕੁਝ ਵਿਗੜ ਜੂਗਾ। ਸੋ ਵਿਗੜਨਾ ਉਹਦਾ ਤਾਂ ਕੁਝ ਨਹੀਂ, ਸੋ ਦੋਸਤੋ ਆਪਣਾ ਹੀ ਵਿਗੜੂਗਾ। ਹਾਂਜੀ ਇਹ ਤਾਂ ਹੈਗਾ ਪ੍ਰੀਤ। ਦੇਖੋ ਜੇ ਅਸੀਂ ਚੁਗਲੀ ਕਰ ਰਹੇ ਹਾਂ, ਅਸੀਂ ਕਿਸੇ ਵਾਸਤੇ ਖੂਹ ਪੱਟ ਰਹੇ ਹਾਂ, ਬਿਲਕੁਲ, ਤਾਂ ਉਸ ਖੂਹ ਵਿੱਚ ਤੁਸੀਂ ਕਦੋਂ ਡਿੱਗ ਜਾਓ ਉਹ ਵੀ ਨਹੀਂ ਪਤਾ ਹੁੰਦਾ। ਕਿਉਂਕਿ ਜਿੱਦਾਂ ਵੈਸੇ ਤਾਂ ਮੈਂ ਹੁਣੇ ਗੱਲ ਕੀਤੀ ਕਿ ਕਈ ਵਾਰ ਘਰ ਜਿਹੜੇ ਹੈਗੇ ਟੁੱਟ ਜਾਂਦੇ ਆ, ਪਰ ਕਈ ਵਾਰ ਕੁਝ ਮੀਆਂ ਬੀਬੀ ਵਿੱਚ ਇੰਨੀ ਕੁ ਬੌਂਡਿੰਗ ਹੁੰਦੀ ਹੈ ਵੀ ਤੁਸੀਂ ਜਦੋਂ ਕਿਸੇ ਦੀ ਚੁਗਲੀ ਕਰਦੇ ਹੋ ਤਾਂ ਉਹ ਮੀਆਂ ਬੀਬੀ ਇੰਨੇ ਸਿਆਣੇ ਹੁੰਦੇ ਆ ਕਿ ਉਹ ਆਪਸ ਵਿੱਚ ਉਹ ਗੱਲਾਂ ਥਰਡ ਪਰਸਨ ਦੀਆਂ ਸ਼ੇਅਰ ਕਰ ਲੈਂਦੇ। ਜੇ ਉਹ ਸਿਆਣੇ ਹੋਣ ਨਾ ਤਾਂ ਉਹਨਾਂ ਨੂੰ ਪਤਾ ਚੱਲ ਜਾਂਦਾ ਕਿ ਇਹ ਤੀਜਾ ਬੰਦਾ ਵਿੱਚ ਕੀ ਕਰ ਰਿਹਾ, ਔਰ ਉਸ ਸਿਆਣੇ ਹੋਣ ਦੇ ਨਾਤੇ ਉਸ ਥਰਡ ਪਰਸਨ ਨੂੰ ਵਿੱਚੋਂ ਕੱਢ ਕੇ ਪਰਾਂ ਸੱਟ ਸਕਦੇ ਵੀ ਇਸ ਤੋਂ ਪਹਿਲਾਂ ਜਿਹੜਾ ਤੁਹਾਡਾ ਪਰਿਵਾਰ ਹੈਗਾ ਵੀ ਉਹ ਟੁੱਟ ਜਾਵੇ। ਬਟ ਪ੍ਰੀਤ ਅੱਜ ਕੱਲ੍ਹ ਜਿਹੜਾ ਨਾ ਕੰਨਾਂ ਦੇ ਕੱਚੇ ਹੋਣ ਕਰਕੇ ਨਾ ਇਹ ਸਿਆਣਪ ਜਿਹੜੀ ਹੈਗੀ ਬਹੁਤ ਘੱਟ ਘਰਾਂ 'ਚ ਦੇਖਣ ਨੂੰ ਮਿਲ ਰਹੀ ਹੈਗੀ। ਬੇਸਿਕਲੀ ਤਾਂ ਇਹੀ ਦੇਖਣ ਨੂੰ ਮਿਲਦਾ ਕਿ ਚੁਗਲੀਆਂ ਕਰਕੇ ਘਰ ਟੁੱਟਦੇ ਹੋਏ ਵੇਖੇ ਜਾ ਰਹੇ ਆ। ਬਿਲਕੁਲ ਮਮਤਾ, ਇੱਕ ਗੱਲ ਹੋਰ ਆ, ਜਦੋਂ ਨਾ ਦੋ ਦੋਸਤ ਨੇ ਆਪਸ 'ਚ ਬਹੁਤ ਵਧੀਆ ਬੌਂਡਿੰਗ ਹੋਵੇ ਉਹਨਾਂ ਦੀ, ਤੇ ਕਿਤੇ ਨਾ ਕਿਤੇ ਤੀਸਰਾ ਪਰਸਨ ਆ ਕੇ ਉਹਨਾਂ ਦੇ ਵਿੱਚ ਯਾਰੀ ਦੋਸਤੀ ਤੇ ਚੁਗਲੀ ਲਗਾ ਦੇ ਜਾਂ ਕੋਈ ਉਨੀ ਕੁ ਇੱਕ ਦਿਨ ਗੱਲ ਕਹਿ ਦੇਵੇ, ਤਾਂ ਉਹ ਦੋਸਤੀ ਵੀ ਇੰਨੀ ਕੁ ਚੁਗਲੀ ਕਰਕੇ ਪੂਰੀ ਜਿਹੜੀ ਉਹਨਾਂ ਦੀ ਵਧੀਆ ਬੌਂਡਿੰਗ ਹੁੰਦੀ ਹੈ ਨਾ, ਇੱਕ ਚੁਗਲੀ ਕਰਕੇ ਉਹਨਾਂ ਦੀ ਵੀ ਦੋਸਤੀ 'ਚ ਦਰਾੜ ਪੈਣੀ ਸ਼ੁਰੂ ਹੋ ਜਾਂਦੀ ਹੈ। ਯਾਰ ਉਹੀ ਤਾਂ ਹੀ ਤਾਂ ਕਹਿ ਰਹੀ ਵੀ ਜਿਹੜੀ ਚੁਗਲੀਆਂ ਨੇ ਨਾ, ਉਹ ਚੁਗਲੀਆਂ ਜਿਹੜੀਆਂ ਦੋ ਵਿੱਚ ਤੀਜਾ ਕਾਮਨ ਮੈਨ ਹੁੰਦਾ ਨਾ, ਉਹੀ ਪਵਾੜੇ ਪਾਉਂਦਾ ਹੈਗਾ, ਉਹੀ ਫਸਾਦ ਦੀ ਜੜ ਹੁੰਦਾ ਹੈਗਾ। ਭਾਵੇਂ ਉਹ ਦੋ ਦੋਸਤ ਹੋ ਜਾਣ, ਉਹਨਾਂ 'ਚ ਤੀਜਾ ਦੋਸਤ ਰਲ ਜਾਵੇ, ਭਾਵੇਂ ਉਹ ਮੀਆਂ ਬੀਬੀ ਹੋ ਜਾਣ, ਉਹਨਾਂ 'ਚ ਤੀਜਾ ਰਲ ਜਾਵੇ, ਸੱਸ ਨੂੰ ਹੋ ਜਾਣ, ਉਹਨਾਂ 'ਚ ਤੀਜੀ ਸਰੀਕਣ ਰਲ ਜਾਵੇ। ਮਤਲਬ ਕੁਛ ਵੀ ਆਪਾਂ ਕੋਈ ਵੀ ਰਿਸ਼ਤਾ ਕਹਿ ਸਕਦੇ ਹੈਗੇ ਵੀ ਰਿਸ਼ਤੇ ਵਿੱਚ ਜਦੋਂ ਕੋਈ ਤੀਜਾ ਬੰਦਾ ਰਲ ਜਾਂਦਾ ਹੈਗਾ ਤਾਂ ਤੀਜਾ ਬੰਦਾ ਜਿਹੜਾ ਹੈਗਾ ਉਹ ਪਵਾੜੇ ਦਾ ਘਰ ਹੁੰਦਾ ਹੈ, ਔਰ ਉਹ ਹਰ ਥਾਂ ਦੀ ਸ਼ਾਂਤੀ ਨੂੰ ਭੰਗ ਕਰਦਾ। ਸੋ ਤੀਜੇ ਬੰਦੇ ਨੂੰ ਤਾਂ ਵੈਸੇ ਜ਼ਿੰਦਗੀ 'ਚ ਕਦੀ ਰਲਾਉਣਾ ਨਹੀਂ ਚਾਹੀਦਾ ਹੈਗਾ। ਦੋ ਦੀ ਜੋੜੀ ਬਹੁਤ ਵਧੀਆ ਹੁੰਦੀ ਹੈ, ਤੀਨ ਤਕਾੜਾ ਕਾਮ ਵਿਗਾੜਾ। ਜਿਹੜਾ ਤੀਜਾ ਇਨਸਾਨ ਹੁੰਦਾ ਉਹ ਹਮੇਸ਼ਾ ਆਪਣੇ ਫਾਇਦੇ ਲਈ ਕੰਮ ਨੂੰ ਵਿਗਾੜਦਾ ਹੀ ਹੈ। ਬਿਲਕੁਲ ਮਮਤਾ, ਚੁਗਲੀ ਕਰਨ ਵਾਲੇ ਜਿਵੇਂ ਕਿ ਪਿੱਠ ਪਿੱਛੇ ਚੁਗਲੀ ਕਰਦੇ ਨੇ, ਸੋ ਪਿੱਛੇ ਹੀ ਰਹਿ ਜਾਂਦੇ ਨੇ ਉਹ। ਹਾਂਜੀ ਇਹ ਤਾਂ ਹੈਗਾ ਵੀ ਜਿਹੜਾ ਇਨਸਾਨ ਪਿੱਠ ਪਿੱਛੇ ਸਾਰਾ ਦਿਨ ਉਹ ਕਰੀ ਜਾਂਦਾ ਹੈਗਾ, ਉਹ ਪਤਾ ਕੀ ਸੋਚਦਾ ਕਿ ਉਹ ਇੰਜ ਕਰਕੇ ਜਿਹੜਾ ਹੈਗਾ ਵੀ ਕਿਸੇ ਨੂੰ ਮਾਤ ਦੇ ਕੇ ਅੱਗੇ ਨਿਕਲ ਜਾਊਗਾ। ਪਰ ਕੁਝ ਇਨਸਾਨ ਜਿਹੜੇ ਆਪਣੀ ਜ਼ਿੰਦਗੀ ਨੂੰ ਬਹੁਤ ਵਧੀਆ ਤੇ ਸਾਫ਼ ਸੁਥਰੇ ਢੰਗ ਨਾਲ ਜੀ ਰਹੇ ਹੁੰਦੇ ਹੈ, ਉਹਨਾਂ ਦੀ ਲਾਈਫ ਵਿੱਚ ਇਹ ਚੁਗਲੀਆਂ ਕੁਝ ਦੇਰ ਹੀ ਅਸਰ ਪਾਉਂਦੀਆਂ ਨੇ, ਪਰ ਇੱਕ ਮੋੜ ਇੰਜ ਦਾ ਆਉਂਦਾ ਹੈ ਕਿ ਇਹ ਚੁਗਲੀਆਂ ਜਿਹੜੀਆਂ ਹੈਗੀ ਨਾ ਕਾਮਯਾਬ ਹੋ ਜਾਂਦੀਆਂ ਨੇ, ਔਰ ਜਿਹੜਾ ਇਨਸਾਨ ਇਹ ਤੋਂ ਇਫੈਕਟਿਵ ਹੁੰਦਾ ਉਹ ਦੁਬਾਰਾ ਤੋਂ ਆਪਣੀ ਹਿੰਮਤ ਦੇ ਨਾਲ ਆਪਣੀ ਜ਼ਿੰਦਗੀ ਨੂੰ ਫੇਰ ਖੜਾ ਕਰਨ ਦੀ ਕੋਸ਼ਿਸ਼ ਕਰਕੇ ਉਹ ਫੇਰ ਖੜਾ ਹੋ ਹੀ ਜਾਂਦਾ ਹੈ। ਬਿਲਕੁਲ ਮਮਤਾ, ਕਈਆਂ ਨੂੰ ਨਾ ਕਿਸੇ ਦੇ ਕੰਮ ਦੇ ਵਿੱਚ ਦਖਲ ਅੰਦਾਜ਼ੀ ਦੇਣ ਦੀ ਵੀ ਬਹੁਤ ਆਦਤ ਹੁੰਦੀ ਹੈ, ਜਾਂ ਕਈਆਂ ਨੂੰ ਕਿਸੇ ਦੇ ਘਰ ਵਿੱਚ ਕੀ ਚੱਲ ਰਿਹਾ ਹੈ, ਕਿਸੇ ਦੀ ਦੋਸਤੀ 'ਚ ਕੀ ਚੱਲ ਰਿਹਾ, ਕਿਸੇ ਦੇ ਰਿਸ਼ਤੇ 'ਚ ਕੀ ਚੱਲ ਰਿਹਾ, ਉਹਨਾਂ ਨੂੰ ਨਾ ਇੱਕ ਦੂਜੇ ਦੀ ਜਾਂ ਆਮਣੇ ਸਾਹਮਣੇ ਵਾਲਿਆਂ ਦੀ ਖਬਰ ਲੈਣੀ ਬਹੁਤ ਜ਼ਰੂਰੀ ਹੋ ਜਾਂਦੀ ਹੈ। ਇਸ ਕਰਕੇ ਕਈ ਇਸ ਤਰ੍ਹਾਂ ਦੇ ਵੀ ਹੁੰਦੇ ਨੇ, ਉਹਨਾਂ ਨੂੰ ਰੋਟੀ ਨਹੀਂ ਹਜਮ ਹੁੰਦੀ। ਅਸਲ 'ਚ ਇਹ ਲੋਕ ਨਾ ਚਾਪਲੂਸ ਹੁੰਦੇ ਆ। ਉਹ ਜਿਹਨੂੰ ਕਹਿੰਦੇ ਨਾ ਚਾਪਲੂਸ ਬਾਜ, ਵੀ ਹਾਂ ਵੀ ਅਸੀਂ ਤਾਂ ਚਾਪਲੂਸੀ ਕਰਕੇ ਹਰ ਇੱਕ ਦੇ ਵਿੱਚ ਵੜ ਕੇ ਉਹਦੀ ਪੂਰੀ ਮਤਲਬ ਜਿਹੜੇ ਕਹਿੰਦੇ ਨਾ ਵਿੱਚ ਡੂੰਘੇ ਵੜ ਜਾਣਾ, ਵੀ ਹਾਂ ਉਹਦੀ ਪੂਰੀ ਖਬਰਸਾਰ ਲੈ ਕੇ ਤੇ ਫਿਰ ਉਹਨਾਂ ਵਿੱਚ ਫੁੱਟ ਪਵਾਉਣੀ। ਮਤਲਬ ਇੰਜ ਦੇ ਲੋਕਾਂ ਤੋਂ ਤਾਂ ਪ੍ਰੀਤ ਸਾਵਧਾਨ ਰਹਿਣਾ ਚਾਹੀਦਾ ਹੈਗਾ ਕਿ ਜੇ ਅਸੀਂ ਆਪਣੇ ਘਰ ਸੇਫ ਸਿਕਿਉਰ, ਆਪਣਾ ਫਰੈਂਡ ਸਰਕਲ ਸੇਫ ਸਿਕਿਉਰ ਕਰਨਾ ਹੈ ਤਾਂ ਇਹਨਾਂ ਇਨਸਾਨਾਂ ਨੂੰ ਦੂਰ ਰੱਖਣ ਵਿੱਚ ਹੀ ਜਿਹੜੀ ਹੈ ਭਲਾਈ ਹੈ। ਕਿਉਂਕਿ ਉਹੀ ਗੱਲ ਆ ਵੀ ਦੋ ਲੋਕੀ ਤਾਂ ਬਹੁਤ ਵਧੀਆ ਰਹਿੰਦੇ ਹੈ, ਜਦੋਂ ਦੋ ਵਿੱਚ ਕੋਈ ਤੀਜਾ ਆ ਜਾਂਦਾ ਹੈਗਾ ਤਾਂ ਉਹ ਚੱਕ ਕੇ ਗੱਲਾਂ ਜਿਹੜੀਆਂ ਹੈਗੀਆਂ ਇੱਧਰ ਦੀਆਂ ਉੱਧਰ ਹੋ ਜਾਂਦੀਆਂ, ਔਰ ਉਹ ਆਪਣਾ ਜਿਹਨੂੰ ਕਹਿੰਦੇ ਨਾ ਆਪਣਾ ਪੱਤਾ ਸਾਫ਼ ਕਰ ਜਾਂਦਾ, ਆਪਣਾ ਫਾਇਦਾ ਚੁੱਕ ਜਾਂਦਾ, ਔਰ ਉਹ ਜਿਹੜੇ ਦੋ ਵਿਚਾਰੇ ਜੁੜੇ ਹੁੰਦੇ ਉਹਨਾਂ ਵਿੱਚ ਡਿਸਪਿਊਟ ਪੈਦਾ ਹੋ ਜਾਂਦੇ ਆ। ਬਿਲਕੁਲ ਮਮਤਾ, ਦੋ ਲੋਕ ਚੁਗਲੀਆਂ ਕਰਨ ਵਾਲੇ, ਉਹਨਾਂ ਨੂੰ ਇਹ ਨਹੀਂ ਪਤਾ ਅੱਜ ਤੁਸੀਂ ਤੀਜੇ ਬੰਦੇ ਦੀ ਚੁਗਲੀ ਕਰ ਰਹੇ ਹੋ, ਕੱਲ ਨੂੰ ਇਹੀ ਇਨਸਾਨ ਤੁਹਾਡੀ ਵੀ ਚੁਗਲੀ ਕਿਸੇ ਕੋਲ ਜਾ ਕੇ ਕਰ ਸਕਦਾ। ਲੋਕੀ ਡਰਦੇ ਨਹੀਂ ਹੈਗੇ ਚੁਗਲੀ ਕਰਨ ਤੋਂ, ਲੇਕਿਨ ਉਹਨਾਂ ਨੂੰ ਇਹ ਡਰ ਨਹੀਂ ਹੁੰਦਾ ਵੀ ਜਿਹਦੇ ਨਾਲ ਤੁਸੀਂ ਕਰ ਰਹੇ ਹੋ ਚੁਗਲੀ, ਉਹ ਤੁਹਾਡੀ ਚੁਗਲੀ ਜਾ ਕੇ ਤੀਜੇ ਬੰਦੇ ਕੋਲ ਵੀ ਕਰ ਸਕਦਾ ਹੈ। ਉਹ ਅਸਲ 'ਚ ਯਾਰ ਜਿਹੜਾ ਚੁਗਲਖੋਰ ਹੁੰਦਾ ਹੈ ਨਾ, ਉਹਨੂੰ ਉਸ ਵੇਲੇ ਚੁਗਲੀ ਕਰਨ 'ਚ ਇੰਨਾ ਕੁ ਮਜ਼ਾ ਆ ਰਿਹਾ ਹੁੰਦਾ ਨਾ, ਉਹਦੇ ਮਨ 'ਚ ਕਈ ਵਾਰ ਚੁਗਲੀ ਦੇ ਚੱਕਰ 'ਚ ਨਾ ਇਹ ਡਰ ਨਹੀਂ ਆਉਂਦਾ ਪ੍ਰੀਤ ਕਿ ਹਾਂ ਵੀ ਮੈਂ ਇਹਨੂੰ ਗੱਲ ਕਰ ਰਿਹਾ ਵੀ ਇਹ ਅੱਗੇ। ਔਰ ਕਈ ਚੁਗਲਖੋਰ ਤਾਂ ਇੰਜ ਦੇ ਹੁੰਦੇ ਕਿ ਉਹ ਗੱਲ ਕਰਦੇ ਹੀ ਤਾਂ ਨੇ ਕਿ ਇਹ ਬੰਦਾ ਅੱਗੇ ਜਾ ਕੇ ਕਰੂ। ਮਤਲਬ ਦੋ ਤਰ੍ਹਾਂ ਦੇ ਚੁਗਲਖੋਰ ਹੁੰਦੇ, ਇੱਕ ਤਾਂ ਜਿਹਨਾਂ ਨੂੰ ਚੁਗਲੀ ਕਰਕੇ ਬਹੁਤ ਮਜ਼ਾ ਆਉਂਦਾ ਹੈਗਾ ਵੀ ਹਾਂ ਅਸੀਂ ਚੁਗਲੀ ਕਰ ਲਿੱਤੀ, ਔਰ ਮਤਲਬ ਉਹ ਪੂਰੀ 7ਵੇਂ ਅਸਮਾਨ ਤੇ ਪਹੁੰਚ ਕੇ ਚੁਗਲੀ ਕਰਕੇ ਕਿ ਮੈਂ ਤਾਂ ਵੀ ਫਲਾਣੇ ਦੇ ਖਿਲਾਫ ਕੰਨ ਭਰ ਦਿੱਤੇ, ਵੀ ਹੁਣ ਚੱਲ ਮੇਰਾ ਤਾਂ ਤੀਰ ਚੱਲ ਗਿਆ।
ਔਰ ਦੂਜੇ ਚੁਗਲਖੋਰ ਇੰਜ ਦੇ ਹੁੰਦੇ ਕਿ ਜਿਹੜੇ ਜਾਣ ਬੁੱਝ ਕੇ ਕੰਨ ਭਰਦੇ ਕਿ ਇਹ ਗੱਲ ਜਿਹੜੀ ਹੈਗੀ ਅਗਲੇ ਬੰਦੇ ਕੋਲ ਪਹੁੰਚੂਗੀ ਤਾਂ ਫਿਰ ਮੈਂ ਉਹਦੇ ਚਿਹਰੇ ਦੇ ਰਿਐਕਸ਼ਨ ਦੇਖੂੰਗਾ, ਫਿਰ ਮੈਂ ਇੰਜੋਏ ਕਰੂੰਗਾ। ਪਰ ਕਈ ਵਾਰ ਇੱਕ ਸਮਾਂ ਇੰਜ ਦਾ ਹੋ ਜਾਂਦਾ ਕਿ ਤੁਸੀਂ ਜੋ ਮਰਜ਼ੀ ਕਰ ਲਓ, ਉਹ ਜਿਹੜੇ ਇਨਸਾਨ ਬਾਰੇ ਤੁਸੀਂ ਬੁਰਾ ਸੋਚਦੇ, ਜਿਹੜੀ ਚੁਗਲੀਆਂ ਕਰਦੇ ਉਹਦੇ ਤੇ ਚੀਜ਼ਾਂ ਅਸਰ ਹੋਣੀਆਂ ਬੰਦ ਹੋ ਜਾਂਦੀਆਂ, ਉਹ ਇਹਨਾਂ ਚੀਜ਼ਾਂ ਨੂੰ ਇੰਜੋਏ ਕਰਦਾ। ਬਿਲਕੁਲ ਮਮਤਾ। ਸੋ ਚੁਗਲੀਆਂ ਜਿਹੜੀਆਂ ਨੇ ਨਾ, ਇਹ ਲੋਕਾਂ ਨੇ ਇੱਕ ਆਮ ਜਿਹੀ ਚੀਜ਼ ਬਣਾ ਲਈ ਹੈ ਕਿ ਲੋਕਾਂ ਨੂੰ ਰੋਟੀ ਨਹੀਂ ਹਜ਼ਮ ਹੁੰਦੀ, ਪੇਟ ਦਰਦ ਹੋਣ ਲੱਗ ਜਾਂਦਾ। ਬਿਲਕੁਲ ਕਈ ਹੁੰਦੇ ਨੇ, ਕਈ ਲੇਡੀਜ਼ਾਂ ਦੀ ਆਦਤ ਹੁੰਦੀ ਹੈ ਵੀ ਜਿਵੇਂ ਮਿਲਦੀਆਂ ਨੇ ਹਾਲ ਚਾਲ ਬਾਅਦ ਚ ਪੁੱਛਦੀਆਂ ਨੇ, ਪਹਿਲਾਂ ਇਹ ਪੁੱਛਣਗੀਆਂ ਤੂੰ ਉਹਦੇ ਬਾਰੇ ਦੱਸ, ਤੂੰ ਫਲਾਣੀ ਬਾਰੇ ਦੱਸ, ਉਹਦਾ ਕੀ ਹਾਲ ਚਾਲ ਹੈ, ਉਹ ਕਿਵੇਂ ਆ। ਸੋ ਉਦੋਂ ਹੀ ਉਹਨਾਂ ਦੀ ਚੁਗਲੀਆਂ ਫਿਰ ਸ਼ੁਰੂ ਹੋ ਜਾਂਦੀਆਂ ਨੇ। ਅਸਲ 'ਚ ਕੁਝ ਲੋਕਾਂ ਦੇ ਜਿਹੜੇ ਹੈ ਨਾ ਲਾਈਫ ਜਿਹੜੀ ਹੈ ਸਮੂਥ ਹੀ ਇਦਾਂ ਚੱਲਦੀ ਹੈਗੀ ਕਿ ਉਹਨਾਂ ਦੀ ਇੱਕ ਲਾਈਫ ਦਾ ਪਾਰਟ ਬਣ ਚੁੱਕਾ ਹੁੰਦਾ ਇਹ ਚੁਗਲੀਆਂ, ਔਰ ਉਹਨਾਂ ਨੂੰ ਆਪਣੇ ਇਸ ਪਾਰਟ ਤੋਂ ਬਾਹਰ ਰਹਿ ਕੇ ਜਿਹੜਾ ਉਹ ਮਜ਼ਾ ਨਹੀਂ ਆਉਂਦਾ ਹੈਗਾ। ਮਤਲਬ ਉਹ ਕਈ ਲੋਕਾਂ ਨੇ ਤਾਂ ਜਿਹੜਾ ਫਰੈਂਡ ਸਰਕਲ ਹੈ ਨਾ ਉਹ ਚੁਗਲੀ ਵਾਸਤੇ ਬਣਾਇਆ ਹੁੰਦਾ ਹੈ। ਮਤਲਬ ਜਿਹੜੇ ਤਾਂ ਵਿਚਾਰੇ ਰਿਜ਼ਰਵ ਹੁੰਦੇ 5-7 ਵਾਲੇ, ਉਹਨਾਂ ਨੂੰ ਤਾਂ ਹੁੰਦਾ ਕਿ ਜਿਹੜੇ 5-7 ਹੈਗੇ ਉਹਨਾਂ ਦੀ ਨਾ ਚੁਗਲੀਆਂ ਕਰਨੀਆਂ ਤੇ ਉਹਨਾਂ ਨਾਲ ਪੱਕੀ ਆੜੀ ਰੱਖਣੀ। ਪਰ ਜਿਨ੍ਹਾਂ ਦੇ 50-50 40-40 ਮਿੱਤਰ ਹੈਗੇ, ਉਹ ਪੂਰੇ ਕਹਿੰਦੇ ਨਾ ਮਹੱਲੇ ਵਿੱਚ ਬੰਦਾ ਵਿਚਰੀ ਜਾਂਦਾ ਤੇ ਇਧਰ ਮਹੱਲੇ ਦੀ ਉਧਰ ਕਰਤੀ, ਉਧਰ ਮਹੱਲੇ ਦੀ ਉਧਰ ਕਰਤੀ, ਤੇਰੇ ਸਾਹਮਣੇ ਤੇਰੀ ਸਿਫਤ ਕਰਤੀ, ਮੇਰੇ ਸਾਹਮਣੇ ਮੇਰੀ ਸਿਫਤ ਕਰਤੀ। ਉਹ ਇਨਸਾਨ ਅਸਲ 'ਚ ਕਿਸੇ ਦਾ ਸਗਾ ਨਹੀਂ ਹੁੰਦਾ, ਉਹ ਸਿਰਫ ਕਹਿੰਦੇ ਨਾ ਮਤਲਬ ਕਿ ਮੌਕਾ ਭਾਲਣ ਵਾਲਾ ਇਨਸਾਨ ਹੁੰਦਾ ਹੈ ਕਿ ਮੈਂ ਕਿਸੇ ਇਨਸਾਨ ਨੂੰ ਕਿੱਦਾਂ ਇਸਤੇਮਾਲ ਕਰਕੇ ਕਿੱਦਾਂ ਆਪਣਾ ਬੈਨੀਫਿਟ ਚੱਕ ਸਕਦਾ। ਜੀ ਬਿਲਕੁਲ। ਸੋ ਮਮਤਾ, ਆਪਾਂ ਤਾਂ ਆਪਣੇ ਦੋਸਤਾਂ ਨੂੰ ਇਹੀ ਐਡਵਾਈਸ ਦੇਵਾਂਗੇ, ਇਹੀ ਸੁਝਾਅ ਦੇਵਾਂਗੇ ਕਿ ਦੋਸਤੋ ਕਦੇ ਵੀ ਕਿਸੇ ਦੀ ਚੁਗਲੀ ਨਾ ਕਰੋ। ਜੇ ਤੁਹਾਨੂੰ ਕੋਈ ਕੁਝ ਕਹਿੰਦਾ ਹੈ ਤੁਹਾਨੂੰ ਅੱਗੋਂ ਜਵਾਬ ਹੀ ਦਿਓ ਕਿ ਭਰਾਵਾ ਮੈਂ ਚੁਗਲੀ ਨਾ ਕਰਨੀ ਹੈ, ਨਾ ਮੈਂ ਸੁਣਨੀ ਹੈ। ਸੋ ਦੋਸਤੋ, ਤੁਹਾਨੂੰ ਸਾਡਾ ਅੱਜ ਦਾ ਵਿਸ਼ਾ ਕਿਸ ਤਰ੍ਹਾਂ ਦਾ ਲੱਗਿਆ? ਆਪਣੇ ਸੁਝਾਅ, ਆਪਣੀ ਐਡਵਾਈਸ ਸਾਨੂੰ ਦੇਣਾ ਨਾ ਭੁੱਲਣਾ। ਅਗਲੀ ਵਾਰ ਅਸੀਂ ਫਿਰ ਕਿਸੇ ਨਵੇਂ ਵਿਸ਼ੇ ਨਾਲ ਤੁਹਾਡੇ ਨਾਲ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ, ਹਰਪ੍ਰੀਤ ਕੌਰ ਨੂੰ ਤੇ ਮੇਰੀ ਕੋ ਹੋਸਟ ਮਮਤਾ ਨੂੰ ਦਿਓ ਇਜਾਜ਼ਤ। ਰੱਬ ਰਾਖਾ।